ਆਜ਼ਾਦ ਟੀਵੀ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ। ਹਰੇਕ ਵੀਰਵਾਰ ਦੀ ਤਰ੍ਹਾਂ ਤੁਹਾਡੇ ਰੂਬਰੂ ਹੋ ਰਹੇ ਹਾਂ। ਆਓ ਸਤਿਗੁਰੂ ਦਾਸ ਮਾਤ ਦਾ ਓਟ ਆਸਰਾ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਾਡਾ ਮਕਸਦ ਕਿਸੇ ਦੀਆਂ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ, ਸਾਡਾ ਮਕਸਦ ਸਮਾਜ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਹੈ। ਕੌਮ ਦੀ ਸੋਚ ਵਿੱਚ ਆਪ ਦਾ ਨਿੱਘਾ ਸਵਾਗਤ ਹੈ ਤੇ ਤੁਸੀਂ ਕਾਲ ਕਰਕੇ ਸਾਡਾ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਪ੍ਰੋਗਰਾਮ 'ਚ ਲਾਈਵ ਕਾਲ ਕਰ ਸਕਦੇ ਹੋ 0203630610 ਦੇ ਉੱਤੇ। ਅਤੇ ਜਿਸ ਤਰ੍ਹਾਂ ਕਿ ਹਰੇਕ ਤਰ੍ਹਾਂ ਹੀ ਅਸੀਂ ਹਰੇਕ ਵਾਰ ਕੋਈ ਨਾ ਕੋਈ ਮੁੱਦਾ ਲੈ ਕੇ ਆਉਂਦੇ ਹਾਂ। ਅੱਜ ਵੀ ਇੱਕ ਮੁੱਦਾ ਹੈ, ਲੇਕਿਨ ਉਸ ਤੋਂ ਪਹਿਲਾਂ ਅਸੀਂ ਇੱਕ ਸੌਂਗ ਸੁਣਾਂਗੇ ਜੋ ਕੱਲ੍ਹ ਹੀ ਤਿਆਰ ਕੀਤਾ ਗਿਆ ਹੈ ਅਤੇ ਅੱਜ ਤੁਹਾਡੇ ਰੂਬਰੂ ਕੀਤਾ ਜਾ ਰਿਹਾ ਹੈ। ਆਓ ਇੱਕ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਕਿਆ ਧਰਮ ਲਿਖਾਉਣਾ ਹੈ ਅਤੇ ਇਹ ਜਿਹੜਾ ਜਸ਼ ਕੈਲੇ ਜੀ ਨੇ ਆਪਣੇ ਮਦਰ ਆਵਾਜ਼ ਦੇ ਵਿੱਚ ਗੀਤ ਜਿਹੜਾ ਤੁਹਾਡੇ ਰੂਬਰੂ ਕੀਤਾ ਹੈ। ਅਤੇ ਰਾਈਟਰ ਜਿਹੜੀ ਅਮੋਨਕਾਰ ਪੀ ਆ, ਉਹਨਾਂ ਨੇ ਬਹੁਤ ਹੀ ਆਪਣੀ ਕਲਮ ਦੇ ਜ਼ੋਰ ਦੇ ਨਾਲ, ਜੋਸ਼ ਦੇ ਨਾਲ ਔਰ ਹੋਸ਼ ਦੇ ਨਾਲ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ ਹੈ। ਅਤੇ ਚਾਹੇ ਉਹ ਭਾਰਤ ਦੇਸ਼ ਤੋਂ ਬਾਹਰ ਰਹਿੰਦਿਆਂ ਹੋਇਆਂ ਵੀ ਉਹਨਾਂ ਨੇ ਆਪਣੇ ਸਮਾਜ ਦੇ ਨਾਲ ਉਹ ਖੜੀ ਹੈ ਅਤੇ ਅੱਜ ਵੀ ਖੜੇ ਹਨ। ਅਤੇ ਜੋ ਮੁੰਡਾ ਜਿਹੜਾ ਸਾਡਾ ਭਰਾ ਆ ਜਸ ਕੈਲੇ ਜੀ, ਉਹਨੇ ਜਿਹੜੀ ਆਵਾਜ਼ ਆ ਆਪਣੀ ਰੂਬਰੂ ਕੀਤੀ ਆ। ਉਹ ਕੱਲ੍ਹ ਹੀ ਇੱਕ ਦੋ ਦਿਨਾਂ ਦੇ ਵਿੱਚ ਇਹ ਜਿਹੜਾ ਗੀਤ ਤਿਆਰ ਕੀਤਾ ਗਿਆ। ਅਤੇ ਮੇਰੇ ਨਾਲ ਮੇਰੇ ਵੱਡੇ ਵੀਰ ਰਵਿੰਦਰ ਚੌਹਾਨ ਜੀ, ਜੈ ਗੁਰਦੇਵ ਜੀ। ਅਤੇ ਤੁਸੀਂ ਹੁਣ ਗੀਤ ਸੁਣਿਆ ਅਤੇ ਜਿਸ ਤਰ੍ਹਾਂ ਕਿ ਆਪਾਂ ਜਨਗਣਨਾ ਦੇ ਵਿੱਚ ਜਾ ਰਹੇ ਹਾਂ ਉਸ ਦੇ ਬਾਰੇ ਹੀ ਅੱਜ ਗੱਲ ਕੀਤੀ ਜਾਵੇਗੀ। ਬਾਕੀ ਮੁੱਦੇ ਵੀ ਨਾਲ ਲੈ ਕੇ ਆਪਾਂ ਚੱਲਾਂਗੇ ਜੀ। ਸਭ ਤੋਂ ਪਹਿਲਾਂ ਕੌਮ ਦੀ ਸੋਚ ਆਜ਼ਾਦ ਟੀਵੀ ਵੱਲੋਂ ਸਾਰੇ ਦਰਸ਼ਕਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਇਹ ਤੁਸੀਂ ਜਿਹੜਾ ਕਿ ਅੱਜ ਦੇ ਮਾਹੌਲ 'ਤੇ ਇਹ ਜਸ ਕੈਲੇ ਜੀ ਨੇ ਆਪਣੀ ਬਹੁਤ ਹੀ ਸੋਹਣੀ ਆਵਾਜ਼ ਦੇ ਵਿੱਚ ਇਹ ਗੀਤ ਗਾਇਆ। ਉਹਦੇ ਪਿੱਛੇ ਜੋ ਲਿਖਣ ਦੀ ਸ਼ੈਲੀ ਹੈ ਉਹ ਮੋਨਿਕਾ, ਬੀਬੀ ਮੋਨਿਕਾ ਆਰਪੀ ਦੀ ਹੈਗਾ। ਉਹਨੇ ਬਹੁਤ ਵਧੀਆ ਹੀ ਇਹਦੇ ਵਿੱਚ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਅੱਜ ਇੱਕ ਲੋੜ ਹੈ ਜੀ। ਕਿਉਂਕਿ ਹਰ ਇੱਕ ਕੋਈ ਰਾਈਟਰ, ਹਰ ਕੋਈ ਗਾਉਣ ਵਾਲਾ ਜਿਹੜਾ ਨਾ ਇੱਕ ਮੈਸੇਜ ਦੇਣਾ ਚਾਹੁੰਦਾ ਹੈ। ਉਹਦੇ ਵਿੱਚ ਇੱਕ ਮੈਂ ਗੱਲ ਜ਼ਰੂਰ ਅੱਜ ਕਲੀਅਰ ਕਰਨਾ ਚਾਹੁੰਦਾ। ਸਾਰੇ ਸੋਚਦੇ ਵੀ ਤੁਸੀਂ ਇਹ ਕਿਉਂ ਕੋਸ਼ਿਸ਼ ਕਰ ਰਿਹਾ ਵੀ ਇਸ ਕਰਕੇ ਇਹ ਜਾਨਾਂ ਕਰਨ ਵਿੱਚ ਆਪਣੀ ਹਿੱਸੇਦਾਰੀ ਪਾਉਣ ਦੀ। ਅੱਜ ਇੱਕ ਸਿਸਟਮ ਇਹੋ ਜਿਹਾ ਬਣਾ ਦਿੱਤਾ ਗਿਆ, ਚਾਹੇ ਕਿਸੇ ਨੇ ਬਣਾਇਆ, ਕਿਉਂਕਿ ਇਸ ਕਾਸਟ ਨੂੰ, ਇਸ ਕਮਿਊਨਿਟੀ ਨੂੰ ਇਸ ਤਰੀਕੇ ਨਾਲ ਦਬੋਚਿਆ ਜਾ ਰਿਹਾ। ਇਹ ਗੱਲ ਕਰ ਰਹੀ ਹੈ। ਉਹ ਕੋਸ਼ਿਸ਼ ਸਾਡੀ ਇਹ ਵੀ ਹੈ, ਅਸੀਂ ਇਹ ਕਿਸੇ ਨੂੰ ਕੋਈ ਡਾਊਨ ਨਹੀਂ ਕਰ ਰਹੇ, ਕਿਸੇ ਦੀ ਕੋਈ ਗੱਲ ਨਹੀਂ। ਇਹ ਸਾਰਿਆਂ ਦਾ ਇੱਕ ਸੰਵਿਧਾਨਕ ਤੌਰ 'ਤੇ ਸਾਡੇ ਸਾਰਿਆਂ ਦਾ ਹੱਕ ਹੈ। ਤੁਹਾਨੂੰ ਪਤਾ ਅੱਜ ਮੈਂ ਹਿਸਟਰੀ ਪੜ੍ਹ ਰਿਹਾ ਸੀਗਾ, ਜਿਸ ਕੌਮ ਨੂੰ ਇਹ ਦਵਾਇਆ ਜਾ ਰਿਹਾ ਹੈ ਕਿ ਤੁਹਾਨੂੰ ਪਤਾ ਕਿ ਮੈਂ ਬਾਬਾ ਸਾਹਿਬ ਦੇ ਵੇਲੇ ਦੀ ਇੱਕ ਹਿਸਟਰੀ ਪੜ੍ਹ ਰਿਹਾ ਸੀਗਾ ਕਿ ਜੋ ਚਮਾਰ ਰੈਜੀਮੈਂਟ ਸੀ ਉਸ ਵੇਲੇ ਵਨ ਆਫ ਦੀ ਸੁਪੀਰੀਅਰ ਕੌਮ ਸੀ ਜੀ, ਫਾਈਟਰ ਸੀ। ਇਹਦਾ ਮਤਲਬ ਅੱਜ ਕਿਸੇ ਤਰੀਕੇ ਦੇ ਨਾਲ ਹੌਲੀ ਹੌਲੀ, ਇਹ ਨਹੀਂ ਮੈਂ ਕਹਿ ਰਿਹਾ ਚਾਹੇ ਮਨੁੱਖ ਦੇ ਹਿਸਾਬ ਦੇ ਨਾਲ, ਚਾਹੇ ਸਾਡੇ ਜਿਹੜੇ ਕਿ ਇਹ ਸਾਡੇ ਜਿਹੜੇ ਅੱਜ ਕੱਲ੍ਹ ਦੀਆਂ ਸਰਕਾਰਾਂ ਪੋਲੀਟੀਕਲ ਕਹਿ ਸਕਦੇ ਆ, ਹਿੱਸੇਦਾਰੀ ਕਹਿ ਸਕਦੇ, ਕੁਛ ਸਕਦੇ। ਇਹਦੇ ਵਿੱਚ ਇੱਕ ਜ਼ਰੂਰ ਮੈਂ ਗੱਲ ਕਰਨਾ ਚਾਹੁੰਦਾ। ਤੁਹਾਨੂੰ ਪਤਾ ਬਾਬਾ ਸਾਹਿਬ ਨੇ ਜਦੋਂ ਕਾਨੂੰਨ ਮੰਤਰੀ ਸੀ, ਉਹਨਾਂ ਨੇ ਕਈ ਅਮੈਂਡਮੈਂਟਾਂ ਲਿਆਉਣਾ ਚਾਹੁੰਦੇ ਸੀ, ਕਈ ਕੁਛ ਕੰਮ ਕਰਨਾ ਚਾਹੁੰਦੇ, ਉਹਨਾਂ ਨੂੰ ਕਰਨੇ ਦਿੱਤੇ ਗਏ। ਜੇ ਉਸ ਵੇਲੇ ਜਦੋਂ ਚਮਾਰ ਰੈਜੀਮੈਂਟ ਦੀ ਅੱਜ ਵੀ ਉਹਨਾਂ ਦਾ ਇੱਕ ਨਾਂ ਹੈ, ਉਹਨਾਂ ਨੇ ਬਹੁਤ ਕੰਮ ਕੀਤੇ ਸੀ। ਹੁਣ ਉਸ ਵੇਲੇ ਉਸੇ ਕਮਿਊਨਿਟੀ ਨੂੰ ਇਸ ਤਰੀਕੇ ਦੇ ਨਾਲ ਥੱਲੇ ਦਬਾਇਆ ਜਾ, ਇਹ ਸਾਡੇ ਗੀਤ ਦਾ ਮਤਲਬ ਇਹ ਆ। ਇਹ ਨਾ ਕਹੋ ਅਸੀਂ ਕੋਈ ਕਮਿਊਨਿਟੀ ਦਾ ਪਾੜਾ ਪਾ ਰਹੇ ਹਾਂ। ਅਸੀਂ ਕਮਿਊਨਿਟੀ ਦੇ ਇੱਕ ਜਿਹੜਾ ਤੁਹਾਡਾ ਕੋਈ ਹੱਕ ਹੈ, ਤੁਹਾਡਾ ਕੋਈ ਹਿੱਸੇਦਾਰੀ ਬਣਦੀ ਹੈ, ਜਿਹਨੂੰ ਕਿ ਉਹ ਤੁਸੀਂ ਬਿਲਕੁਲ ਉਸਨੂੰ ਇੱਕ ਇੰਪਿਓਰਿਟੀ ਕੰਪਲੈਕਸ ਕਰਕੇ ਥੱਲੇ ਇੱਦਾਂ ਸਿੱਟ ਦਿੱਤਾ ਨਾ ਵੀ ਕੋਈ ਹੈ ਹੀ ਨਹੀਂ। ਕੀੜੇ ਕੱਢੇ ਜਿੱਥੇ ਮਰਜ਼ੀ ਦੇਖ ਲਓ। ਇਹਨਾਂ ਦੇ ਨਾਲ, ਬੱਚਿਆਂ ਦੇ ਨਾਲ, ਇਹਨਾਂ ਦੇ ਫੈਮਲੀਆਂ ਦੇ ਨਾਲ ਜੋ ਹੱਕਾਂ ਦੇ ਇਹਨਾਂ ਦੇ ਰਾਈਟ ਬਣਦੇ ਆ, ਜੋ ਇਹਨਾਂ ਦੇ ਸੰਵਿਧਾਨਕ ਤੌਰ 'ਤੇ ਹੱਕ ਹੈ, ਉਹ ਹੱਕ ਵੀ ਤੋਂ ਵੀ ਵਾਂਝੇ ਰੱਖਿਆ ਜਾ ਸਕਦਾ। ਇਸ ਕਰਕੇ ਸਾਡੀ ਕੋਸ਼ਿਸ਼ ਹੈ, ਚਾਹੇ ਅਸੀਂ ਜਿਹਨੇ ਸਟਿੱਕਰ ਬਣਾ ਰਹੇ ਹਾਂ, ਇਹ ਇਸ਼ਤਿਹਾਰ ਬਣਾ ਰਹੇ ਹਾਂ, ਇਹਦਾ ਮਤਲਬ ਇਹ ਨਹੀਂ ਕੋਈ ਬੰਦਾ ਕਹੇ ਵੀ ਤੁਸੀਂ ਇਹ ਕੋਈ ਗਲਤ ਕੰਮ ਨਹੀਂ। ਇਹ ਕਮਿਊਨਿਟੀ ਦੇ ਵਿੱਚ ਇੱਕ ਜਾਗਰਤੀ, ਅਵੇਅਰਨੈਸ ਉਹ ਲਿਆ ਕੇ ਦੇਣਾ ਚਾਹੁੰਦਾ ਵੀ ਕਿਸੇ ਤਰੀਕੇ ਦੇ ਨਾਲ ਜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਤਰੀਕੇ ਨਾਲ ਕਿਸੇ ਵੀ ABC ਕਮਿਊਨਿਟੀ ਦਬਾਇਆ ਜਾ ਸਕਦਾ, ਭਾਵੇਂ ਉੱਠੋ, ਆਪਣੀ ਤੁਸੀਂ ਪੂਰੀ ਹਿੱਸੇਦਾਰੀ ਪਾਓ, ਆਪਣੇ ਉੱਠ ਕੇ ਜਿੱਥੇ ਤੁਹਾਡਾ ਹੱਕ ਹੈ ਆਪਣੇ ਹੱਕਾਂ ਲਈ ਲੜੋ। ਇਸ ਕਰਕੇ ਅੱਜ ਅਸੀਂ ਦੂਜੇ ਪਾਸੇ ਜਿਹੜੇ ਕਿ ਅਸੀਂ ਆਪਣੀ ਥੋੜ੍ਹੀ ਜਿਹੀ ਕੋਸ਼ਿਸ਼ ਦੇ ਨਾਲ, ਇਹ ਭਾਵੇਂ ਥੋੜ੍ਹੀ ਜਿਹੀ ਕੋਸ਼ਿਸ਼ ਨਹੀਂ, ਬਹੁਤ ਵੱਡੀ ਕੋਸ਼ਿਸ਼ ਹੈ
ਸਾਡੀ ਕੋਸ਼ਿਸ਼ ਹੈ ਵੀ ਘਰ ਘਰ ਸਟicker ਪਹੁੰਚਾਉਣੇ, ਜੀ ਘਰ ਘਰ ਅਸੀਂ ਪਿਛਲੇ 3-4 ਹਫ਼ਤੇ ਤੋਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਸਾਡੇ ਜਿਹੜੇ ਕੋਈ ਵੀ ਕਮਿਊਨਿਟੀ ਦੇ ਸਾਡੇ ਲੀਡਰ ਹਨ, ਇਹ ਚਾਹੇ ਗੁਰੂ ਘਰ ਹਨ, ਤੁਸੀਂ ਉੱਥੇ ਦੇਖਿਆ ਵੀ ਸਾਡੀ ਕੋਸ਼ਿਸ਼ ਹੈ ਜਿੰਨੇ ਵੀ ਸਾਡੇ ਡੇਰੇ ਹਨ, ਜਿੰਨੇ ਵੀ ਸਾਡੇ ਮਹਾਂਪੁਰਸ਼ ਕਮਿਊਨਿਟੀ ਲਈ ਕੰਮ ਕਰ ਰਹੇ ਹਨ, ਕੋਸ਼ਿਸ਼ ਕਰ ਰਹੇ ਵੀ ਸਾਰਿਆਂ ਨੂੰ ਇੱਕ ਮੈਸੇਜ ਦੇ ਰਹੇ ਹਾਂ, ਇੱਕ ਉਹਨੂੰ ਬੇਨਤੀ ਕਰ ਰਹੇ ਹਾਂ, ਰਿਕੁਐਸਟ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿੱਥੇ ਜਿੱਥੇ ਵੀ ਅਸੀਂ ਮੈਸੇਜ ਦੇਣਾ ਚਾਹੁੰਦੇ ਆਓ ਦਿਓ, ਤਾਂ ਕਿ ਜਿਹੜਾ ਸਾਡਾ ਹੱਕ ਹੈ ਅਸੀਂ ਆਪਣੇ ਹੱਕ ਲੈ ਸਕੀਏ। ਇਸ ਕਰਕੇ ਇਹ ਤੁਹਾਡੇ 'ਤੇ ਅਸੀਂ ਆਪਣੀ ਛੋਟੀ ਇਹ ਕੋਸ਼ਿਸ਼ ਦੇ ਨਾਲ, ਪਰ ਕੋਸ਼ਿਸ਼ ਛੋਟੀ ਹੈ, ਸਾਡੀ ਬਹੁਤ ਵੱਡੀ ਕੋਸ਼ਿਸ਼ ਹੈ, ਕੋਸ਼ਿਸ਼ ਮੈਸੇਜ ਦੇਣਾ ਚਾਹੁੰਦੇ ਹਾਂ, ਬਾਕੀ ਸਾਡੇ ਭੈਣਾਂ ਭਰਾਵਾਂ ਦੇ ਹੱਥ 'ਚ ਹੈ ਵੀ ਕਿਸ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਦੇ ਫਿਊਚਰ ਨੂੰ ਅੱਗੇ ਲੈ ਕੇ ਜਾਣਾ ਹੈ। ਧੰਨਵਾਦ ਜੀ ਚੌਹਾਨ ਜੀ। ਤੇ ਜਿਸ ਤਰ੍ਹਾਂ ਕਿ ਤੁਸੀਂ ਸੌਂਗ ਸੁਣਿਆ, ਇਹ ਅੱਜ ਇਹ ਜਾਣੀ ਕਿ ਮਤਲਬ ਅੱਜ ਰਿਲੀਜ਼ ਕੀਤਾ ਗਿਆ ਹੈ, ਕੱਲ੍ਹ ਨੂੰ ਇਹ ਸੋਸ਼ਲ ਮੀਡੀਆ 'ਤੇ ਆ ਜਾਏਗਾ, ਤੇ ਅੱਜ ਇਹਦੀ ਜਿਹੜੀ ਆ ਅਸੀਂ ਰਿਲੀਜ਼ਿੰਗ ਕੀਤਾ ਇਸ ਨੂੰ। ਤੇ ਨਾਲ ਦੀ ਨਾਲ ਮੈਂ ਇੱਕ ਉਹਨਾਂ ਭਰਾਵਾਂ ਤੋਂ ਵੀ ਸੌਰੀ ਮੰਗਦਾ, ਇਹਦੇ ਵਿੱਚੋਂ ਇੱਕ ਜਿਹੜਾ ਆ ਇਹ ਟੱਪਾ ਜਿਹੜਾ ਉਹ ਕੱਟਿਆ ਗਿਆ ਕਿਸੇ ਕਾਰਨ ਕਰਕੇ, ਤੇ ਮੈਂ ਉਸ ਭਾਰ ਰਾਤ ਤੋਂ ਮੈਂ ਮਾफ़ੀ ਮੰਗਦਾ, ਦੋਨੇ ਹੱਥ ਜੋੜ ਕੇ ਵੀ ਸੌਰੀ ਹਾਂ। ਤੇ ਲੇਕਿਨ ਉਹ ਜਿਹੜਾ ਬਾਅਦ 'ਚ ਉਹ ਗੀਤ ਪੂਰਾ ਆਵੇਗਾ, ਪਤਾ ਨਹੀਂ ਕੀ ਰੀਜ਼ਨ ਹੋ ਗਿਆ, ਬਾਹਰ ਉਹ ਆਊਗਾ, ਬਾਹਰ ਪੂਰਾ ਫੁੱਲ ਆਏਗਾ। ਤੇ ਨਾਲ ਦੀ ਨਾਲ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ, ਜਿਹੜੇ ਅਸੀਂ 1 ਲੱਖ ਸਟicker ਦੀ ਗੱਲ ਕੀਤੀ ਹੈ 2 ਹਫ਼ਤਿਆਂ ਤੋਂ, ਕੱਲ੍ਹ ਜਿਹੜੇ ਆ ਸਾਨੂੰ ਅੱਜ ਸਵੇਰੇ ਜਿਹੜੇ ਸਟicker 10 ਵਜੇ ਮਾਰਨਿੰਗ ਨੂੰ ਮਿਲਣੇ ਸੀਗੇ ਇੰਡੀਅਨ ਟਾਈਮ 'ਤੇ, ਉਹ ਜਿਹੜੇ ਆ ਸਟicker ਅਸੀਂ ਸਾਡੇ ਜਿਹੜੇ ਸਾਥੀ ਆ ਪੰਜਾਬ ਦੇ ਵਿੱਚ, ਡਾਕਟਰ ਕਮਲ ਸਾਂਪਲਾ ਜੀ, ਮਨੂ ਮਹਿਤਾ ਜੀ, ਹੋਰ ਵੀ ਸਾਡੇ ਭਰਾ ਆ ਜਿੱਦਾਂ ਬਿਰਦੀ ਜੀ ਜਿਹੜੇ ਆ ਸਾਡੇ ਲੰਮੇ ਪਿੰਡ ਵਾਲੇ, ਹੋਰ ਜਿੰਨੇ ਵੀ ਸਾਥੀ ਆ ਸਾਡੇ, ਬਾਕੀ ਦਿਆਂ ਦੇ ਮੈਂ ਕਈਆਂ ਦੇ ਨਾਂ ਨਹੀਂ ਲੈ ਸਕਦਾ, ਤੇ ਉਹ ਜਿਹੜੇ ਸਾਥੀ ਆ ਉਹ ਸਾਡੇ ਸਟicker ਲੈ ਕੇ ਜਾਣਾ ਸੀ ਅੱਜ ਡੇਰਾ ਬੱਲਣੀ, ਜਾ ਕੇ ਉੱਥੋਂ ਆਸ਼ੀਰਵਾਦ ਲੈ ਕੇ ਉਹ ਸਟickਰਾਂ ਦੀ ਸ਼ੁਰੂਆਤ ਕਰਨੀ ਸੀ। ਲੇਕਿਨ ਕਿਸੇ ਕਾਰਨ ਕਰਕੇ ਪੰਜਾਬ ਦਾ ਤੁਹਾਨੂੰ ਪਤਾ ਕਿਤੇ ਬਿਜਲੀ ਹੈ ਨਹੀਂ, ਕਦੀ ਆਹ ਹੋ ਗਿਆ, ਕਦੀ ਪੇਪਰ ਘਟ ਗਿਆ, ਕਦੀ ਪ੍ਰਿੰਟਿੰਗ, ਉਹ ਅਸੀਂ ਲੈਮੀਨੇਟਡ ਕਰਾਉਣੇ ਸੀਗੇ, ਤੇ ਇਸ ਕਰਕੇ ਉਹਦਾ ਜਿਹੜਾ ਟਾਈਮ ਆ ਸਾਨੂੰ ਅੱਜ ਸ਼ਾਮੀ ਜਿਹੜੇ 8:30 ਵਜੇ ਤੋਂ ਬਾਅਦ ਉਹਨਾਂ ਨੇ ਵਾਅਦਾ ਕੀਤਾ ਸੀ ਇੰਡੀਅਨ ਟਾਈਮ ਦਾ ਵੀ 8:30 ਵਜੇ ਤੋਂ ਬਾਅਦ ਮਿਲਣਗੇ। ਉਹ ਸਵੇਰੇ ਕੱਲ੍ਹ ਨੂੰ ਡੇਰਾ ਬੱਲੇ ਲਿਜਾ ਕੇ ਉੱਥੋਂ ਉਹਨਾਂ ਤੋਂ ਨਮਸਕਾਰ ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲੈ ਕੇ, ਉਸ ਤੋਂ ਬਾਅਦ ਹੋਰ ਬਾਕੀ ਦੇ ਡੇਰੇ ਜਿੱਦਾਂ ਮਹਾਂਪੁਰਸ਼ ਸਾਡੇ ਡੇਰੂ ਵਾਲੇ ਸੰਤ ਕ੍ਰਿਸ਼ਨ ਦਾਸ ਮਹਾਰਾਜ ਆ, ਪਠਾਨਕੋਟ ਵਾਲੇ ਮਹਾਂਪੁਰਸ਼ ਆ, ਹੋਰ ਜਿੰਨੇ ਵੀ ਸਾਡੇ ਡੇਰੇ ਆ, ਜਿੰਨੇ ਵੀ ਜਿਹੜੇ ਮਹਾਂਪੁਰਸ਼ ਹਨ, ਉੱਥੇ ਲਿਆ ਕੇ ਉਹਨਾਂ ਤੋਂ ਅਸੀਂ ਅਰਦਾਸ ਕਰਵਾਵਾਂਗੇ, ਬੇਨਤੀ ਆਸ਼ੀਰਵਾਦ ਪ੍ਰਾਪਤ ਕਰਾਂਗੇ। ਉਸ ਤੋਂ ਬਾਅਦ ਜਿਹੜੇ ਡਿਸਟਰੀਬਿਊਟ ਕੀਤੇ ਜਾਣਗੇ, ਜਿਹੜੇ ਵੀ ਭੈਣ ਭਰਾ ਨੂੰ, ਕਿਸੇ ਵੀ ਸਾਥੀ ਨੂੰ, ਕਿਸੇ ਵੀ ਸੰਸਥਾ ਨੂੰ ਇਹ ਸਟicker ਚਾਹੀਦੇ ਹੁਣ, ਹਿੰਦੀ 'ਚ 25,000 ਹਿੰਦੀ 'ਚ, 25,000 ਪੰਜਾਬੀ 'ਚ, 50,000 ਇੰਗਲਿਸ਼ ਦੇ ਵਿੱਚ ਆ, ਇਹ ਜਿਹੜਾ 1 ਲੱਖ ਸਟicker ਆ ਇਹ ਆਪਾਂ ਵੰਡਣਾ ਦੇਣਾ ਆ ਸਾਰਿਆਂ ਨੂੰ, ਸਾਥੀਆਂ ਨੂੰ, ਭੈਣਾਂ ਭਰਾਵਾਂ ਨੂੰ, ਤਾਂ ਕਿ ਹਰੇਕ ਦੇ ਦਰਵਾਜ਼ੇ ਜਿੱਥੇ ਜਿੱਥੇ ਵੀ ਇਹ ਪਹੁੰਚ ਸਕੇ ਦਰਵਾਜ਼ੇ 'ਤੇ ਲੱਗ ਸਕੇ। ਉਹਨੂੰ ਲੈਣ ਦੇ ਲਈ ਡਾਕਟਰ ਕਮਲ ਸਾਡੇ ਸਾਂਪਲਾ ਜੀ, ਮਨੂ ਮਹਿਤਾ ਜੀ, ਜਿਸ ਤਰ੍ਹਾਂ ਲੰਮੇ ਪਿੰਡ ਤੋਂ ਬਿਰਦੀ ਜੀ ਦਾ ਮੈਂ ਨਾਂ ਲਿਆ, ਹੋਰ ਬਾਕੀ ਜਿੰਨੇ ਵੀ ਸਾਥੀ ਆ ਸਾਡੇ ਸਾਰਿਆਂ ਦੇ ਮੈਂ ਅਗਲੇ ਹਫ਼ਤੇ ਨਾਮ ਦੱਸਾਂਗਾ। ਕੱਲ੍ਹ ਤੋਂ ਇਹ ਜਿਹੜੇ ਸਟicker ਆ ਸਾਡੇ ਜਿਹੜੇ ਬਾਹਰ ਜਾਣੇ ਚਾਲੂ ਹੋ ਜਾਣੇ ਆ। ਨਾਲ ਮੈਂ ਸਾਰੇ ਹੀ ਸਾਥੀਆਂ ਭੈਣਾਂ ਭਰਾਵਾਂ ਨੂੰ, ਜਿੰਨੇ ਵੀ ਵਿਊਅਰ ਆ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ, ਚਾਹੇ ਉਹ ਦੁਬਈ ਵਾਲੇ ਹਨ, ਯੂਰਪ ਵਾਲੇ ਹਨ, ਜਾਂ ਇੰਡੀਆ ਵਾਲੇ ਹਨ, ਆਪਣੇ ਭੈਣਾਂ ਭਰਾਵਾਂ ਨੂੰ ਇੰਡੀਆ 'ਚ ਫੋਨ ਕਰਕੇ ਜ਼ਰੂਰ ਕਹਿਣ ਕਿ ਸਟicker ਜ਼ਰੂਰ ਲੈਣ। ਨਾਲ ਦੀ ਨਾਲ ਇਹ ਵੀ ਕਹਿਣ, ਜਿਹੜੇ ਵੀ ਪਿੰਡ ਦੇ ਵਿੱਚ ਜਿੱਥੇ ਵੀ ਸੰਸਥਾ ਹੈਗੀ ਆ, ਅਸੀਂ ਪੰਜਾਬ ਦੇ ਵਿੱਚ ਘੱਟੋ ਘੱਟ 50 ਜਿਹੜੀਆਂ ਫਲੈਕਸਾਂ ਲਾਉਣੀਆਂ ਚਾਹੁੰਦੇ ਹਾਂ ਗੁਰੂ ਘਰਾਂ ਦੇ ਵਿੱਚ ਆਪਣਿਆਂ 'ਚ, ਔਰ ਜਿੱਥੇ ਵੀ ਸਾਡੇ ਜਿਹੜੇ ਡੇਰੇ ਆ, ਜੇ ਡੇਰਿਆਂ ਵਾਲੇ ਸਾਨੂੰ ਇਜਾਜ਼ਤ ਦੇਣਗੇ ਲਾਉਣ ਦੀ, ਅਸੀਂ ਉੱਥੇ ਲਾਵਾਂਗੇ, ਜਾਂ ਸਾਡੀਆਂ ਸੰਸਥਾਵਾਂ ਆ ਅਸੀਂ ਉਹਨਾਂ ਨੂੰ, ਜਿਹੜੀਆਂ ਵੀ ਸੰਸਥਾ ਦੇ ਅਹੁਦੇਦਾਰ ਹਨ, ਉਹ ਆਪਣੀਆਂ ਸਾਨੂੰ 4 ਜਾਂ 5 ਫੋਟੋ ਪ੍ਰਧਾਨ ਸੈਕਟਰੀ ਖਜ਼ਾਨਚੀ ਦੀਆਂ ਦੇ ਕੇ, ਜਾਂ ਜਿਹੜਾ ਮੂਹਰੇ ਕੰਮ ਕਰਦਾ ਆ ਤੇ ਧਰਮ ਦੇ ਨਾਂ 'ਤੇ ਆਪਣੇ 'ਤੇ ਲੱਗੇ ਹੋਏ ਹਨ, ਉਹਨਾਂ ਦੀਆਂ ਫੋਟੋ ਉਹਨਾਂ ਦੇ ਫਲੈਕਸਾਂ ਦੇ ਉੱਤੇ ਫੋਟੋ ਲੱਗੀਆਂ ਜਾਣਗੀਆਂ। ਉਹ ਫਲੈਕਸਾਂ ਉਹਨਾਂ ਦੇ ਪਿੰਡ ਦੇ ਬਾਹਰ ਲਾਈਆਂ ਜਾਣਗੀਆਂ, ਜਿੱਥੇ ਵੀ ਉਹ ਕਹਿਣ ਲਾ ਦਿਓ ਪਿੰਡ ਦੇ, ਉੱਥੇ ਲਵਾਈਆਂ ਜਾਣਗੀਆਂ। ਅਸੀਂ ਆਪਣੇ ਕੋਲੋਂ ਕਹਿ ਕੇ ਕਿਸੇ ਨੂੰ ਉੱਥੇ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ ਫੋਟੋ ਸਾਡੇ ਕੋਲ ਪਹੁੰਚਣੀਆਂ ਚਾਹੀਦੀਆਂ, ਉਹ ਲਵਾ ਕੇ ਉੱਥੇ ਅਸੀਂ ਉਹ ਜਿਹੜਾ ਆਪਣੇ ਬੈਨਰ ਆ ਲਵਾਏ ਜਾਣਗੇ। ਉਹ ਬੈਨਰ ਅਸੀਂ 50 ਬੈਨਰ ਪੰਜਾਬ ਦੇ ਵਿੱਚ ਲਵਾਉਣਾ ਚਾਹੁੰਦੇ ਹਾਂ। ਬਾਕੀ ਜੇ ਸਾਨੂੰ ਬਾਹਰਲੀਆਂ ਸਟੇਟਾਂ ਦੇ ਵਿੱਚ ਕਿਸੇ ਨੇ ਜੇ ਪਹੁੰਚ ਕੀਤੀ ਤਾਂ ਅਸੀਂ ਉੱਥੇ ਵੀ ਟਰਾਈ ਕਰਾਂਗੇ, ਹਿੰਦੀ ਔਰ ਇੰਗਲਿਸ਼ ਦੇ ਵਿੱਚ ਲੈ ਕੇ ਭੇਜਣ ਦੀ ਕੋਸ਼ਿਸ਼ ਕਰਾਂਗੇ। ਤੇ ਇਹ ਜ਼ਰੂਰੀ ਆ ਕਿ ਜਿਹੜੇ ਸਾਡੇ ਸਟicker ਆ ਇਹ ਘਰ ਘਰ ਪਹੁੰਚਣੇ ਚਾਹੀਦੇ ਆ, ਕਿ ਰਵਿਦਾਸੀਆ ਧਰਮ ਜਿਹੜਾ ਸਾਡਾ ਆ ਉਹ ਇੱਕ ਕਾਲਮ ਬਣਨਾ ਚਾਹੀਦਾ ਆ। ਅਗਰ ਜੇ ਨਹੀਂ ਬਣਦਾ ਕਾਲਮ, ਜੇ ਨਹੀਂ ਹੋਣਾ ਚਾਹੀਦਾ, ਪਰ ਮੈਂ ਇੱਕ ਵਰਤ ਲਿਆ, ਸੌਰੀ, ਮੈਂ ਜੇ ਨਹੀਂ ਬਣਦਾ ਤਾਂ ਫਿਰ ਵੀ ਇੱਧਰ ਦੇ ਵਿੱਚ ਵੀ ਅਸੀਂ ਰਵਿਦਾਸੀਆ ਹੀ ਆਪਣੇ ਆਪ ਨੂੰ ਲਿਖਣਾ, ਅਸੀਂ ਦੂਸਰਿਆਂ ਦੀ ਗਿਣਤੀ 'ਚ ਨਹੀਂ ਆਉਣਾ ਚਾਹੀਦਾ। ਹਾਂਜੀ ਚੌਹਾਨ ਜੀ। ਦੇਖੋ ਜੀ, ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਗੱਲ ਜ਼ਰੂਰ ਐਡ ਕਰਨਾ ਚਾਹੁੰਦਾ, ਜੋ ਵੀ ਸਾਡੇ ਜਿੰਨੇ ਵੀ ਡੇਰੇ ਹਨ, ਜੋ ਹੋਰ ਵੀ ਸੰਸਥਾਵਾਂ ਹਨ, ਜੋ ਵੀ ਸਮਾਜ ਲਈ ਕੰਮ ਕਰ ਰਹੀਆਂ ਹਨ, ਜਿਹੜਾ ਵੀ ਸੱਜਣ ਕੋਈ ਵੀ ਕਾਮਨ ਜ਼ਰੂਰਤ ਦੀ ਗਰਾਊਂਡ 'ਤੇ ਕੰਮ ਕਰ ਰਿਹਾ,
ਉਹ ਸਾਰੇ ਸਾਡੇ ਜਿਹੜੇ ਨੁਮਾਇੰਦੇ ਉੱਥੇ ਇੰਡੀਆ ਦੇ ਵਿੱਚ ਹਨ ਉਹਨਾਂ ਨੂੰ ਅਪਰੋਚ ਕਰਨ, ਤਾਂ ਕਿ ਅਸੀਂ ਉਹਨਾਂ ਦਾ ਜਿਹੜਾ ਮੈਸੇਜ ਉਹਨਾਂ ਦੀਆਂ ਫੋਟੋਆਂ, ਉਹਨਾਂ ਦੀਆਂ ਪਿਕਚਰ ਲਾ ਕੇ ਇੱਕ ਵਧੀਆ ਤਰੀਕੇ ਨਾਲ ਉਹਨਾਂ ਪਿੰਡਾਂ ਦੇ ਵਿੱਚ, ਉਹਨਾਂ ਜਗ੍ਹਾਵਾਂ 'ਤੇ ਮੈਸੇਜ, ਕੋਈ ਇਹ ਨਾ ਕਹੇ ਵੀ ਸ਼ਾਇਦ ਇਹ ਆਪਣੇ ਆਪ ਨੂੰ ਫੋਟੋਆਂ ਲਾ ਕੇ ਮੈਸੇਜ ਦੇਣਾ ਚਾਹੁੰਦੇ, ਇਹਦੇ ਪਿੱਛੇ ਕੋਈ ਇੱਦਾਂ ਦੀ ਗੱਲ ਨਹੀਂ। ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਮੈਸੇਜ ਹੈਗਾ, ਕੋਰ ਮੈਸੇਜ ਹੈ, ਉਹ ਇਹ ਮੈਸੇਜ ਜਾਣਾ ਚਾਹੀਦਾ ਹੈ। ਉਹਦੇ ਕਰਕੇ ਜਿਹੜੀ ਕਿ ਅਸੀਂ ਦੌੜ ਭੱਜ ਕਰ ਰਹੇ ਹਾਂ। ਇਸ ਕਰਕੇ ਤੁਹਾਡਾ ਸਾਰਿਆਂ ਦਾ ਸਾਨੂੰ ਸਾਥ ਹੋਣਾ ਚਾਹੀਦਾ ਹੈ, क्योंकि भाई कोशिश है, कोशिश करने वालों की कभी हार नहीं होती, कोशिश करने वालों की कभी हार नहीं होती, कुछ किए बिना कभी कभी जय जयकार नहीं होती, कुछ किए बिना कभी जय जयकार नहीं होती। नन्ही कीड़ी, तो देखो छोटी कीड़ी, नन्ही कीड़ी जब दाना लेकर चलती है वो कभी कोई ऊंचाई ते जाती है, आखिर उनकी मेहनत बेकार नहीं जाती। इस करके देखो छोटी कीड़ी है ना, छोटा दाना लेके पता नहीं ਉਹਦਾ ਘਰ ਕਿੱਥੇ ਆ, ਉਹ ਹੌਲੀ ਹੌਲੀ ਚੱਲਦੀ ਉੱਥੇ ਪਹੁੰਚ ਜਾਂਦੀ। ਇੱਕ ਸਾਡਾ ਇੱਕ ਮੈਸੇਜ ਹੈ, ਇਹ ਸਾਡੀ ਕੋਸ਼ਿਸ਼ ਹੈ। ਕੋਸ਼ਿਸ਼ ਨੂੰ ਅਸੀਂ ਵੱਡੇ ਅੱਗੇ ਲਾਇਰ 'ਤੇ ਲਿਆ ਸਕਦੇ ਹਾਂ, ਕੋਸ਼ਿਸ਼ ਨੂੰ ਅਸੀਂ ਵਧਾ ਸਕਦੇ ਹਾਂ ਉਹਦੇ ਵਿੱਚ, ਕਿਉਂਕਿ ਸਾਡੇ ਸਾਰੇ ਜਿਹੜੇ ਸਾਡੇ ਤੋਂ ਹੀ ਭੈਣ ਭਰਾ ਅੱਗੇ ਬੈਠੇ ਹੋ, ਸਾਡੀਆਂ ਸੰਸਥਾਵਾਂ ਬੈਠੇ ਹੋ, ਉਹਨਾਂ ਨੂੰ ਅਸੀਂ ਇਹ ਬੇਨਤੀ ਕਰ ਰਹੇ ਹਾਂ ਵੀ ਆਓ, ਜੇ ਅੱਜ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ, ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਕੰਮ ਕਰਨਾ ਸ਼ੁਰੂ ਕਰ ਦਈਏ, ਕੰਮ ਕਰੀਏ, ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਉਹ ਕੰਮ ਕਿਤੇ ਅਸੀਂ ਸਫਲਤਾ ਤੇ ਨਾ ਪਹੁੰਚੀਏ। ਰੁਕ ਨਹੀਂ ਸਕਦਾ, ਕਿਉਂਕਿ ਜਿਹੜਾ ਕਿ ਤੁਸੀਂ ਪਤਾ ਕਿ ਜਦੋਂ ਕੋਈ ਵੀ ਕੋਈ ਕੰਪੇਨ ਕਰਦਾ ਹੈ, ਚਾਹੇ ਅਸੀਂ ਆਜ਼ਾਦੀ ਦੇ ਲਈ ਕੰਮ ਕੀਤਾ, ਚਾਹੇ ਹੋਰ ਵੀ ਕੰਮ ਕੀਤਾ, ਉਦੋਂ ਥੋੜ੍ਹੇ ਜਿਹੇ 150 200 ਬੰਦੇ ਸਨ। ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਲਹਿਰ ਚਲਾਈ, ਉਹਦੇ ਨਾਲ 2 ਜੁੜੇ, 4 ਜੁੜੇ, 100 ਜੜਿਆ, 1000 ਰਲੇ, ਕਰਦੇ ਉਹਨਾਂ ਨੇ ਇੱਕ ਮੁਹਿੰਮ, ਤਕੜੀ ਮੁਹਿੰਮ ਬਣ ਗਈ। ਮੁਹਿੰਮ ਬਣ ਕੇ ਉਸ ਤੋਂ ਬਾਅਦ ਅਸੀਂ ਆਜ਼ਾਦੀ ਦੇ ਲਈ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ। ਅੱਜ ਵੀ ਇੱਕ ਸਾਡੇ ਲਈ ਇੱਕ ਮੁਹਿੰਮ ਹੈ ਕਿ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਹੱਕਾਂ ਲਈ ਲੜਨਾ ਹੈ, ਕਿ ਇਸ ਤਰੀਕੇ ਨਾਲ ਇਹ ਹੱਕ ਖੋਣੇ ਹਨ। ਕਾਲ ਲੈ ਲਈਏ? ਹਾਂ ਜ਼ਰੂਰ ਲਓ ਜੀ। ਹੈਲੋ ਜਗਦੇਵ ਜੀ, ਹੈਲੋ ਜੈਗਦੇਵ ਭਾਜੀ, ਜੈਗਦੇਵ ਭੈਣ ਜੀ, ਸ਼ਬਦ ਗਾ ਕੇ ਤੇ ਮੈਨੂੰ ਬਹੁਤ ਸੋਹਣਾ ਲੱਗਾ ਉਹ। ਅੱਛਾ ਭੈਣ ਜੀ, ਕੌਣ ਤੇ ਕਿੱਥੋਂ ਬੋਲਦੇ ਜੀ? ਹੈਲੋ ਭਾਜੀ, ਜੈਗਦੇਵ ਭੈਣ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਬਰਮਿੰਘਮ ਤੋਂ ਬੋਲਦੀ, ਸਵਰਨ ਕੌਰ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ? ਸ਼ਬਦ ਗਾਉਂਦੇ ਸੀ, ਬਹੁਤ ਸੋਹਣਾ ਲੱਗਾ ਮੈਨੂੰ। ਅੱਛਾ ਥੈਂਕ ਯੂ, ਧੰਨਵਾਦ ਜੀ। ਹੋਰ ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸ਼ਬਦ ਵਧੀਆ ਲੱਗਾ। ਅੱਛਾ ਚਲੋ ਥੈਂਕ ਯੂ, ਧੰਨਵਾਦ ਜੀ ਭੈਣ ਜੀ ਸਵਰਨ ਕੌਰ ਜੀ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਸ਼ਬਦ ਗਾਇਆ ਬਹੁਤ ਹੀ ਅੱਛਾ ਲੱਗਾ, ਤੇ ਕਿਉਂਕਿ ਸਾਡਾ ਜਿਹੜਾ ਸਮਾਜ ਆ ਉਸ ਨੂੰ ਇਸ ਦੀ ਜ਼ਰੂਰਤ ਹੈ। ਅਸੀਂ ਬੜੇ ਢੋਲਕੀਆਂ ਬਾਜੇ ਛਾਣੇ ਕੁੱਟੇ ਆ, ਵਜਾਏ ਆ, ਕੁੱਟਣੇ ਵੀ ਆ, ਕੁੱਟਦੇ ਵੀ ਰਹਿਣਾ ਆ, ਲੇਕਿਨ ਅਸੀਂ ਆਪਣੇ ਧਰਮ ਦੇ ਲਈ, ਜਿਸ ਤਰ੍ਹਾਂ ਮੈਂ ਅੱਜ ਗੱਲ ਇੱਕ ਹੋਰ ਵਿੱਚ ਇਸ ਗੱਲ ਦੇ ਅੱਜ ਐਡ ਕਰਨੀ ਚਾਹੁੰਦਾ ਆ, ਕਈਆਂ ਨੂੰ ਜਿਹੜੀ ਉਹ ਅੱਜ ਦੇ ਗੀਤ ਦੇ ਵਿੱਚ ਸਾਡੀਆਂ ਫੋਟੋ ਦੇਖ ਕੇ ਵੀ ਬੁਖਾਰ ਚੜ੍ਹਨਾ ਆ, ਉਹਦੇ ਵਿੱਚ ਕੋਈ ਜ਼ਰੂਰੀ ਆ ਵੀ ਚੜ੍ਹਨਾ ਵੀ ਚਾਹੀਦਾ ਕਈਆਂ ਨੂੰ। ਤੇ ਨਾਲ ਦੀ ਨਾਲ ਮੈਂ ਇਹ ਉਸ ਬੁਖਾਰ ਨੂੰ ਉਤਾਰਨ ਦੇ ਲਈ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਆ। ਹਰਸਿਮਰਤ ਕੌਰ ਬਾਦਲ ਨੇ ਅੱਜ ਅਸਤੀਫਾ ਦੇ ਦਿੱਤਾ ਆਪਣੇ ਪਦ ਤੋਂ। ਜੇ ਸਤਿਗੁਰੂ ਦਾਸ ਮਹਾਰਾਜ ਦਾ ਕਿਤੇ ਮੰਦਰ ਢਾਇਆ ਜਾਂਦਾ ਆ, ਜਾਂ ਬਾਬਾ ਸਾਹਿਬ ਅੰਬੇਡਕਰ ਦਾ ਸਟੈਚੂ ਤੋੜਿਆ ਜਾਂਦਾ ਆ, ਜਾਂ ਸਾਡੇ ਮਹਾਂਪੁਰਸ਼ਾਂ ਦੇ, ਬਾਕੀ ਦੇ ਮਹਾਂਪੁਰਸ਼ਾਂ ਦੇ ਉੱਤੇ ਭੱਦਰ ਟਿੱਪਣੀ ਕੀਤੀ ਜਾਂਦੀ ਆ, ਲੇਕਿਨ ਸਾਡੇ ਸਮਾਜ ਦੇ ਲੀਡਰ ਕੁਰਸੀਆਂ ਨਾਲ ਕਿਉਂ ਚਿੰਬੜੇ ਰਹਿੰਦੇ? ਉਹ ਕਿਉਂ ਨਹੀਂ ਅਸਤੀਫੇ ਦਿੰਦੇ? ਕਿਉਂ ਨਹੀਂ ਉਹ ਪਾਰਲੀਮੈਂਟ ਦੇ ਵਿੱਚ ਬੋਲਦੇ? ਅੱਜ ਉਹ ਬੀਬੀ ਚੰਗੇ ਆ ਮਾੜੇ ਆ, ਜਾਂ ਸਾਨੂੰ, ਅਸੀਂ ਉਸ ਪੋਲੀਟਿਕਸ 'ਚ ਨਹੀਂ ਜਾਣਾ ਚਾਹੁੰਦੇ, ਉਸ ਰਾਜਨੀਤੀ 'ਚ ਨਹੀਂ ਜਾਣਾ ਚਾਹੁੰਦੇ, ਉਸ ਦੀ ਜਿਹੜੀ ਪਾਰਟੀ ਆ ਉਹਦੇ ਲਈ ਹੱਕ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ, ਅਸੀਂ ਉਸ 'ਚ ਨਹੀਂ ਜਾਣਾ ਚਾਹੁੰਦੇ। ਲੇਕਿਨ ਜੋ ਅੱਜ ਉਹਨਾਂ ਆਪਣੇ ਕਿਸਾਨ ਭਰਾਵਾਂ ਦੇ ਲਈ ਉਹਨੇ ਇਹ ਆਪਣਾ ਅਸਤੀਫਾ ਦਿੱਤਾ, ਆਪਣੀ ਕੁਰਸੀ ਨੂੰ ਲੱਤ ਮਾਰੀ ਆ, ਚਾਹੇ ਉਹ ਸਾਰੀ ਉਮਰ ਲੱਤਾਂ ਮਾਰਨ ਤੋਂ ਗਰੇਜ਼ ਕਰਦੇ ਰਹੇ, ਚਿੰਬੜੇ ਰਹੇ, ਲੇਕਿਨ ਅੱਜ ਉਹਨਾਂ ਨੇ ਲੱਤ ਮਾਰੀ ਆ। ਹੈਲੋ ਜਗਦੇਵ ਜੀ, ਹੈਲੋ ਜਗਦੇਵ ਜੀ। ਜਗਦੇਵ ਜੀ, ਆਵਾਜ਼ ਨਹੀਂ ਆ ਰਹੀ ਥੋੜੀ। ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਿਹਾ ਜੀ? ਹਾਂਜੀ ਬੋਲੋ ਜੀ ਵੀਰ ਜੀ। ਮੇਰਾ ਨਾਮ ਮੋਹਨ ਲਾਲ ਗੱਡੂ ਆ ਜੀ, ਮੈਂ ਬਰਮਿੰਘਮ ਤੋਂ ਬੋਲਦਾ। ਹਾਂਜੀ ਮੋਹਨ ਲਾਲ ਗੱਡੂ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਰਮਿੰਘਮ ਤੋਂ ਮੋਹਨ ਲਾਲ ਗੱਡੂ ਬੋਲਦਾ। ਹਾਂਜੀ ਆਵਾਜ਼ ਆ ਰਹੀ ਹੈ, ਤੁਸੀਂ ਗੱਲ ਕਰੋ। ਹਾਂਜੀ
ਕਲੇਸ਼ ਸਾਹਿਬ ਬੜੇ ਮੁਸ਼ਕਲ ਦੇ ਨਾਲ ਆਵਾਜ਼ ਪਹੁੰਚਦੀ ਤੁਹਾਡੇ ਅੱਗੇ। ਬੜੀ ਖੁਸ਼ੀ ਆ ਕਿ ਤੁਸੀਂ ਪ੍ਰੋਗਰਾਮ ਜਿਹੜਾ ਆ ਜੀ, ਬੜੀ ਖੁਸ਼ੀ ਆ ਜਿਹੜਾ ਟੌਪਿਕ ਅੱਜ ਸਬਜੈਕਟ ਲਿਆ ਕੇ ਪਬਲਿਕ ਦੇ ਸਾਹਮਣੇ ਰੱਖਿਆ। ਹਾਂਜੀ, ਤੁਸੀਂ ਹਮੇਸ਼ਾ ਹੀ ਜੋ ਆਪਣੇ ਆਜ਼ਾਦ ਟੀਵੀ ਦੇ ਵਿੱਚ ਕੌਮ ਨੂੰ ਜਗਾਉਣ ਦੀ, ਕੌਮ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹਰ ਰੋਜ਼ ਜੋ ਫੇਸ ਕਰਦੇ ਨੇ ਉਹਨਾਂ ਨੂੰ ਲਿਆਉਂਦੇ ਹੋ ਜੀ, ਜਿਹੜੇ ਕਿ ਬੜੇ ਕਾਬਲੇ ਗੌਰ ਆ। ਔਰ ਤੁਸੀਂ ਬਿਨਾਂ ਡਰੇ ਤੋਂ, ਬਿਨਾਂ ਬਿਲਕੁਲ ਨਿਤਾਰਤ ਹੋ ਕੇ ਸਾਰੇ ਕੌਮ ਨੂੰ ਜਾਗਰਤ ਕਰਦੇ ਹੋ ਜੀ। ਗਾਣਾ ਬੜਾ ਸੋਹਣਾ ਸੁਣਿਆ। ਹਾਂਜੀ, ਖੁਸ਼ੀ ਬੜੀ ਆ ਕਿ ਅੱਜ ਦਾ ਸਮਾਂ ਜਦੋਂ ਦੇਖਦੇ ਆ ਪ੍ਰੈਸ ਨੂੰ ਵੀ ਹੋਰ ਪਾਸੇ ਜਾ ਕੇ ਵੀ ਤੇ ਨੌਜਵਾਨ ਵੀ, ਬੱਚੇ, ਬੀਬੀਆਂ ਸਭ ਹਾਂਜੀ, ਅੱਗੇ ਆ ਰਹੇ ਆ। ਬੜਾ ਹੌਸਲਾ ਆ ਜੀ, ਜਿਹੜਾ ਕਿ ਬਹੁਤ ਦੇਰ ਤੋਂ ਦਬਾਇਆ ਗਿਆ ਸੀ। ਸਾਡੇ ਗੁਰੂ ਘਰ ਵੀ ਬਣ ਗਏ, ਪਰ ਜਿਹੜਾ ਸਾਡਾ ਏਮ ਸੀ ਉਹ ਅਸੀਂ ਹੁਣ ਤੱਕ ਕਰ ਨਹੀਂ ਸਕੇ। ਠੀਕ, ਹੁਣ ਸਾਡੇ ਅੱਗੇ 10 ਸਾਲ ਤੋਂ ਬਾਅਦ ਫੇਰ ਵਾਰੀ ਆਈ ਆ ਕਿ ਅਸੀਂ ਆਪਣੇ ਜਿਹੜੇ ਅਸੀਂ ਕਹਿੰਦੇ ਅਸੀਂ ਆ ਖੋਲਣੇ ਆ, ਹਾਂਜੀ, ਉਹ ਲੈਣ ਦੀ ਮੌਕਾ ਸਾਨੂੰ ਮਿਲਿਆ। ਹਾਂਜੀ, ਜੇ ਅਸੀਂ ਚੱਸੇ ਖੋਲ ਦਿੱਤਾ ਹਾਂਜੀ, ਤੇ ਸਾਡੇ ਪਾਸੇ ਕੁਝ ਪੱਲੇ ਨਹੀਂ ਪੈਣਾ। ਸਹੀ ਗੱਲ ਆ। ਔਰ ਉਹ ਜਿਹੜਾ ਹੱਕ ਵਾ ਉਹ ਤੁਸੀਂ ਜੇ ਨਿਗਾਹ ਮਾਰੋ, ਹਿਸਟਰੀ ਦੱਸਦੀ ਹੈ ਸਾਡੀ ਹਾਂਜੀ, ਕਿ ਸਾਡੇ ਯੋਧੇ ਹੋਏ ਆ, ਸਾਡੇ ਧਾਰਮਿਕ ਯੋਧੇ ਹੋਏ, ਸਾਰੇ ਸਾਡੇ ਹੋਏ ਆ ਜੀ, ਇੱਥੋਂ ਤੱਕ ਕਿ ਆਪਣੇ ਚੌਹਾਨ ਸਾਹਿਬ ਵਾਲਾ ਨੇ ਚਮਾਰ ਰੈਜੀਮੈਂਟ ਦਾ ਦੱਸਿਆ। ਹਾਂਜੀ, ਚਮਾਰ ਰੈਜੀਮੈਂਟ ਗੋਰਿਆਂ ਨੇ ਏਦਾਂ ਬਣਾਏ ਸੀ, ਗੋਰੇ ਡਰਦੇ ਸੀ ਇਹਨਾਂ ਕੋਲੋਂ, ਇੰਨੇ ਫਾਈਟਰ ਸੀ ਆਪਣੇ ਚਮਾਰ ਜੀ, ਔਰ ਇਹਨਾਂ ਚਮਾਰਾਂ ਨੂੰ ਲੜਾਉਣ ਲਈ ਉਹਨਾਂ ਜਦੋਂ ਹਿੰਦ ਆਪਣੀ ਬੜੀ ਸੀ ਹਿੰਦ ਦੀ ਰਾਜਮੈਂਟ ਬਣੀ ਸੁਭਾਸ਼ ਚੰਦਰ ਬੋਸ ਸ਼ੇਖ ਉਹਨਾਂ ਨੇ, ਹਾਂਜੀ, ਸੁਭਾਸ਼ ਚੰਦਰ ਲੜਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਜੇ ਚਮਾਰ ਰੈਜੀਮੈਂਟ ਆ ਉਹ ਆਜ਼ਾਦ ਹਿੰਦ ਫੌਜ ਨਾਲ ਲੜੇ ਜਾ। ਅੱਛਾ, ਠੀਕ ਹੈ, ਹਾਂਜੀ, ਆਜ਼ਾਦ ਹਿੰਦ ਫੌਜ। ਆਪਣੇ ਚਮਾਰ ਰੈਜੀਮੈਂਟ ਨੇ ਬਿਲਕੁਲ ਇਨਕਾਰ ਕਰਤਾ ਸੀ ਕਿ ਅਸੀਂ ਲੜਨਾ। ਅਸੀਂ ਤੁਹਾਡੇ ਨਾਲ, ਹਾਂ, ਠੀਕ ਹੈ, ਸਹੀ ਗੱਲ। ਮਸਲਾ ਆਪਣਾ ਅੱਜ ਦਾ ਆਇਆ ਕਿ ਅਸੀਂ ਆਪਣੇ ਆਪ ਨੂੰ ਰਵਦਾਸੀਆ ਧਰਮ ਲਿਖਾਉਣਾ। ਹਾਂਜੀ, ਧਰਮ ਜਿਹੜੇ ਆ ਜਾਣਦੇ ਹੋ ਕਿ ਮੇਰੇ ਦੇਖਣ ਦੇ ਵਿੱਚ 4 ਸਮਝ ਆਉਂਦੇ ਆ ਜੀ, ਹਿੰਦੂ ਧਰਮ ਨੇ ਦਵਾਈ ਰੱਖਿਆ, ਤੁਸੀਂ ਜਾਣਦੇ ਹੋ। ਠੀਕ, ਇੱਥੇ ਮੈਂ ਵਾਪਸ ਆਉਂਗਾ ਮੁੜ ਕੇ ਫੇਰ। ਹਾਂਜੀ, ਉਸ ਤੋਂ ਬਾਅਦ ਆਪਣੇ ਮੁਗਲਾਂ ਨੇ ਰਾਜ ਕੀਤਾ, ਉਹਦੇ ਵਿੱਚ ਵੀ ਸਾਨੂੰ ਦਵਾਇਆ ਗਿਆ। ਜੀ, ਸਿੱਖਾਂ ਦਾ ਰਾਜ ਆ, ਉਹ ਬੁੱਕ ਪੜ੍ਹਨ ਵਾਲੀਆਂ ਜੀ, ਪ੍ਰੋਫੈਸਰ ਉਹ 'ਚ ਵੀ ਦਵਾਇਆ ਜਾ ਰਿਹਾ ਹੈ। ਹੋਰ ਵੀ ਜਿਹਦਾ ਸਾਡੀ ਹਾਲਤ ਉਦੋਂ ਵੀ ਹੁੰਦੀ ਸੀ। ਜੀ, ਫਿਰ ਕ੍ਰਿਸਚੀਅਨ ਚ ਬਣ ਗਏ ਸੀ। ਉਹ ਚੌਹਾਂ ਧਰਮਾਂ ਦੇ ਵਿੱਚ ਹੀ ਸਾਨੂੰ ਲੈ ਕੇ ਆਪਣੀ ਉਹ ਸਭ ਕੁਝ ਫਾਇਦਾ ਲੈ ਗਏ ਜੀ। ਔਰ ਗੁਰੂ ਰਵਿਦਾਸ ਜੀ ਮਹਾਰਾਜ ਦੀ ਮੂਵਮੈਂਟ ਦੇਖੋ ਦੇਖਣ ਵਾਲੀ ਹੈ, ਜਿਹੜੇ ਕਿ ਸਾਡੇ ਅੱਜ ਕੱਲ ਸਮਝਦੇ ਨੇ ਲੋਕ ਪੜ੍ਹੇ ਲਿਖੇ ਵੀ। ਜੀ, ਗੁਰੂ ਰਵਿਦਾਸ ਜੀ ਮਹਾਰਾਜ ਨੇ ਆਪਣੇ 40 ਸ਼ਬਦ ਜਿਹੜੇ ਉਹਨਾਂ ਦੇ ਵਿੱਚ ਹਨ ਗੁਰੂ ਗ੍ਰੰਥ ਸਾਹਿਬ ਦੇ, ਜੀ, ਹਰ ਇੱਕ ਸ਼ਬਦ ਦੇ ਵਿੱਚ ਉਹਨਾਂ ਦੇ ਚਮਾਰ ਦਾ ਰੌਲਾ ਦੱਸਿਆ ਕਿ ਮੈਂ ਚਮਾਰ ਹਾਂ, ਤੁਸੀਂ ਜੋ ਮਰਜ਼ੀ ਕਰ ਲਓ। ਇਹ ਲਿਖਿਆ ਹੈ ਨਾ ਧਰਮ ਵਿੱਚ ਉਹਨਾਂ ਨੇ। ਜੀ, ਜਿਹੜੀ ਉਹਨੇ ਕ੍ਰਾਂਤੀ ਲਿਆਂਦੀ ਆ, ਜੇ ਅਸੀਂ ਸਮਝੀਏ ਤੇ ਉਹਨੇ ਬਿਲਕੁਲ ਵੱਖਰਾ ਪੰਥ ਚਲਾਤਾ ਸੀ। ਠੀਕ, ਔਰ ਸਮਝਣ ਵਾਲੀ ਇੱਕ ਹੋਰ ਵੀ ਗੱਲ ਹੈਗੀ ਆ ਕਿ ਜਿਹੜੇ ਸਾਨੂੰ ਬੰਦ ਕੀਤਾ ਸੀ ਕਿ ਅਸੀਂ ਸਕੂਲਾਂ ਕਾਲਜਾਂ ਜਾ ਨਹੀਂ ਸਕਦੇ ਅਸੀਂ। ਜੀ, ਔਰ ਗੁਰਮੁਖੀ ਜਿਹੜੀ ਚਲਾਈ ਆ ਉਹ ਮੇਰੇ ਸਾਹਿਬ ਸਤਿਗੁਰੂ ਰਵਿਦਾਸ ਵੈਰੀ ਗੁੱਡ, ਵੈਰੀ ਗੁੱਡ। ਚੰਗਾ ਜੀ ਤੁਸੀਂ ਸਾਨੂੰ ਪੜ੍ਹਨ ਜਾਣਾ, ਤੁਸੀਂ ਸਾਨੂੰ ਦੱਸਣਾ ਸੀ ਆਪਣੀ ਭਾਸ਼ਾ ਉਹਨੇ ਗੁਰਮੁਖੀ ਉੱਥੋਂ ਸ਼ੁਰੂ ਹੋਈ ਜੀ, ਸਹੀ ਗੱਲ ਆ। ਜਿਹੜੀ ਕਿ ਇਹਦਾ ਸਮਾਜ ਜਿਹੜਾ ਆ ਜਾਣਦਾ ਹੋਇਆ ਵੀ ਅੱਗੇ ਨਹੀਂ ਆਉਂਦਾ। ਹਾਂਜੀ, ਅੱਜ ਦਾ ਮਸਲਾ ਜਿਹੜਾ ਆ, ਮੌਕਾ ਮਿਲਿਆ ਸੀ ਮੈਨੂੰ 2011 ਦੇ ਵਿੱਚ ਵੀ ਗੁਰੂ ਘਰਾਂ ਦੇ ਵਿੱਚ ਜਾਣ ਦਾ। ਕਈ ਗੁਰੂ ਘਰ ਡਰਦੇ ਵੀ ਆ, ਉਹਨਾਂ ਦਾ ਪ੍ਰੈਸ਼ਰ ਵੀ ਆ, ਗੱਲ ਕਰਨੀ ਨਹੀਂ ਚਾਹੁੰਦੇ। ਬਿਲਕੁਲ ਅੱਗੇ ਆ ਜਾਣਾ ਚਾਹੀਦਾ। ਹੁਣ ਠੀਕ, ਆਪਣੇ ਆਪ ਨੂੰ ਕਲੀਅਰ ਕਰ ਦੇਣਾ ਚਾਹੀਦਾ। ਅਗਰ ਅਸੀਂ ਕੁਝ ਲੈਣਾ ਆ, ਹਾਂਜੀ, ਧਰਮਾਂ ਦੇ ਵਿੱਚ ਪੈ ਕੇ ਤੁਹਾਨੂੰ ਸੈਕੰਡ ਕਲਾਸ ਹੀ ਰੱਖਿਆ, ਧਰਮਾਂ ਦੇ ਵਿੱਚ ਉਹ ਰਹਿ ਗਏ। ਹਾਂਜੀ, ਤੁਸੀਂ ਰਵਿਦਾਸ ਜੀ ਸਿੱਖ ਰਹੇ ਜਾਂ ਹਿੰਦੂ, ਸਾਡੇ ਪਾਸੇ ਜਿਹੜੇ 33 ਕਰੋੜ ਦੇਵਤੇ ਆ। ਮੈਂ ਚਾਹੁੰਦਾ ਸੀ ਕਿ ਅੱਧੇ ਪਾਕਿਸਤਾਨ ਚਲੇ ਜਾਂਦੇ, ਜਦੋਂ ਵੰਡਿਆ ਉਦੋਂ ਵੀ ਨਹੀਂ ਗਏ, ਸਾਡੇ ਆਏ ਆ ਉਹ। ਥੈਂਕ ਯੂ ਵੈਰੀ ਮਚ। ਕਰਕੇ ਸਾਨੂੰ ਆਪਣਾ ਜਿਹੜਾ ਗੁਰੂ ਰਵਿਦਾਸ ਦਾ ਮਿਸ਼ਨ ਚਲਾਇਆ, ਜਿਹੜੀ ਅੱਜ ਤੋਂ ਇੱਥੇ ਪਹਿਰਾ ਦੇਣਾ ਚਾਹੀਦਾ ਆ ਜੀ। ਧੰਨਵਾਦ ਜੀ ਗੱਡੂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਚਲੋ ਕੋਈ ਨਹੀਂ, ਕਹਿੰਦੇ ਵੀ ਸਾਨੂੰ ਪ੍ਰੋਬਲਮ ਹੈ ਆਵਾਜ਼ ਦੀ ਥੋੜੀ ਬਹੁਤੀ, ਚਲੋ ਸਾਨੂੰ ਆਵਾਜ਼ ਆ ਰਹੀ ਆ, ਬਾਹਰ ਤੁਹਾਡੀ ਆਵਾਜ਼ ਜਾ ਰਹੀ ਆ ਤੇ ਤੁਸੀਂ ਟੀਵੀ ਸੁਣ ਸਕਦੇ ਹੋ, ਟੀਵੀ ਤੇ ਤੁਹਾਡੀ ਸਿੱਧੀ ਆਵਾਜ਼ ਆ ਰਹੀ ਆ ਤੇ ਇਸ ਦਾ ਵੀ ਹੱਲ ਕੀਤਾ ਜਾਵੇਗਾ। ਤੇ ਜਿਸ ਤਰ੍ਹਾਂ ਕਿ ਅਸੀਂ ਗੱਲ ਕਰਦੇ ਸੀਗੇ ਤੇ ਸੌਰੀ, ਸਾਡੇ ਜਿਹੜੇ ਅੱਜ ਹੁਣ ਬ੍ਰੇਕ ਦਾ ਟਾਈਮ ਹੋ ਰਿਹਾ ਹੈ, ਬ੍ਰੇਕ ਤੇ ਜਾ ਰਹੇ ਹਾਂ। ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਤੁਹਾਡੇ ਕਾਲ ਲਵਾਂਗੇ 0203 ਤੇ ਤੁਸੀਂ ਕਾਲ ਕਰਕੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ। ਬ੍ਰੇਕ ਤੋਂ ਬਾਅਦ ਮਿਲਦੇ। ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ।
ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਗੱਲ ਕਰਦੇ ਸੀਗੇ ਬੀਬੀ ਸਿਮਰਜੀਤ ਕੌਰ ਬਾਦਲ ਦੀ, ਜਿਨ੍ਹਾਂ ਨੇ ਅਸਤੀਫਾ ਦਿੱਤਾ। ਸਾਡੇ ਲੀਡਰਾਂ ਨੂੰ ਕੀ ਹੋ ਜਾਂਦਾ ਹੈ ਜਦੋਂ ਸਾਡੇ ਉੱਤੇ ਅਤਿਆਚਾਰ ਹੁੰਦੇ, ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾਂਦੀ ਆ, ਸਾਡੇ ਜਿਹੜੇ ਆ ਪਿੰਡਾਂ ਦੇ ਵਿੱਚ ਜਿਹੜਾ ਬਾਈਕਾਟ ਕਰ ਦਿੱਤਾ ਜਾਂਦਾ ਆ, ਜਾਂ ਸਾਡੇ ਉੱਤੇ ਹੋਰ ਕਈ ਤਰ੍ਹਾਂ ਦੇ ਜ਼ੁਲਮ ਹੁੰਦੇ ਹਨ। ਹੈਲੋ ਜੈਗਦੇਵ ਜੀ, ਹੈਲੋ ਹੈਲੋ ਜੈਗਦੇਵ ਜੀ। ਹਾਂਜੀ ਹਾਂਜੀ ਮਾਨਕ ਜੀ। ਹਾਂਜੀ ਰਾਜ ਮਾਨਕ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਕਰ ਰਹੇ ਹੋ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਬੜਾ ਅੱਛਾ ਮੈਸੇਜ ਜਾ ਰਿਹਾ। ਮੈਂ ਤਾਂ ਇਹ ਬੇਨਤੀ ਕਰਨੀ ਸੀ, ਮੈਂ ਜੋ ਸੋਸ਼ਲ ਮੀਡੀਆ 'ਤੇ ਦੇਖਿਆ ਸੀਗਾ ਤੁਸੀਂ ਸੇਵਾ ਕੀਤੀ ਆ ਜੀ, ਤੇ ਬਾਕੀ ਬੇਨਤੀ ਕਰਦਾ ਮੈਂ ਨਾਲ ਦੀ ਨਾਲ ਇਹ ਬੇਨਤੀ ਕਰਦੇ ਹੋ ਸਟਿੱਕਰ ਜਿਹੜੇ ਬੱਲਾਂ ਤੋਂ ਵੀ ਤੁਸੀਂ ਜਾ ਕੇ ਲੈ ਸਕਦੇ ਆ। ਠੀਕ ਠੀਕ ਜੀ। ਤੇ ਸਟਿੱਕਰ ਜਿਨ੍ਹਾਂ ਨੇ ਸੇਵਾ ਕਰਨੀ ਉਹਨੇ ਤਾਂ ਕਰ ਦਿੱਤੀ, ਬਾਕੀ ਸਾਰਿਆਂ ਨੂੰ ਬੇਨਤੀ ਇਹ ਆ ਵੀ ਹੁਣ ਮੌਕਾ ਮੁੜ ਕੇ ਤਾਂ ਮਿਲਣਾ ਨਹੀਂ, ਤੁਹਾਨੂੰ ਭੁੱਲ ਜਿਓ ਜੀ। ਜਿਨ੍ਹਾਂ ਕੋਲ ਵੀ ਸੰਗਤ ਜਿੱਦਾਂ ਪੈਸੇ ਇਕੱਠੇ ਕਰਕੇ ਬਥੇਰੇ ਰੱਖਿਓ ਆ, ਹੋਰ ਮੀਡੀਆ ਵਾਲਿਆਂ ਨੇ ਬਥੇਰੇ ਰੱਖਿਓ ਆ ਜੀ, ਲੋੜ ਹੋਣ ਆ। ਹਾਂਜੀ ਸਹੀ ਗੱਲ ਕਹਿੰਦੇ ਰੀਤ ਦੇ ਪਿੱਛੋਂ ਤੰਬਾ ਫੂਕਣਾ। ਹਾਂ ਠੀਕ ਹੈ, ਸਹੀ ਗੱਲ ਆ। ਤੇ ਅਸੀਂ ਮੈਂ ਸੁਣਦੇ ਹੁਣ ਸਾਰੀ ਕੌਮ ਸੁਣਦੀ ਹੈ, ਬੇਨਤੀ ਕਰਦੇ ਆ ਵੀ ਇਹ ਮੌਕਾ ਮੁੜ ਕੇ ਨਹੀਂ ਮਿਲਣਾ। ਸਾਰੀਆਂ ਕੌਮਾਂ ਉੱਤੇ ਇਕੱਠੀਆਂ ਹੋ ਗਈਆਂ, ਸਾਰੀ ਦੁਨੀਆ ਦੇ ਪਤਾ ਲੱਗ ਗਿਆ ਕਿ ਗੁਰੂ ਰਵਿਦਾਸ ਮਹਾਰਾਜ ਅੰਮ੍ਰਿਤ ਬਾਣੀ ਬਹੁਤ ਪੁਰਾਣੀ ਆ, ਬਹੁਤ ਪ੍ਰਾਚੀਨ ਹੈ। ਤੁਗਲ ਕੇ ਬਾਤ ਪਤਾ ਲੱਗ ਗਿਆ। ਮਾਨਕ ਜੀ ਤੁਹਾਡੇ ਵੀ ਪੈਰ ਦਿੱਤਾ, ਅਸੀਂ ਬੇਨਤੀ ਚਾਹੁੰਦੇ ਆ ਕਰਨੀ। ਮਾਨਕ ਜੀ ਤੁਹਾਡੇ ਉਰੇ ਪਰੇ ਜਿੱਥੇ ਵੀ ਲੋਕਾਂ ਸੰਗਤਾਂ ਤੋਂ ਪੈਸਾ ਇਕੱਠਾ ਕਰਕੇ ਰੱਖਿਆ ਮੈਨੂੰ ਵੀ ਥੋੜਾ ਸੋਚਣਾ ਚਾਹੀਦਾ ਵੀ ਹੁਣ ਲੋੜ ਉੱਥੇ ਆ। ਠੀਕ, ਸਹੀ ਗੱਲ ਆ। ਬਹੁਤ ਬਹੁਤ ਥੈਂਕ ਯੂ। ਧੰਨਵਾਦ ਜੀ, ਧੰਨਵਾਦ ਜੀ ਮਾਨਕ ਜੀ। ਮੈਂ ਅੱਜ ਮੈਨੂੰ ਫੋਨ ਆਇਆ ਸੀ ਕੋਈ 5 ਵਜੇ ਯੂਰਪ ਚੋਂ ਕਿ ਤੁਸੀਂ ਵੀ ਜਿਹੜੀ ਤੱਲਣ ਦੇ ਵਿੱਚ ਜੋ ਇੱਕ ਸਾਡੇ ਬੀਬੀ ਬੇਟੀ ਦਾ ਘਰ ਬਣ ਰਿਹਾ ਆ, ਉੱਥੇ ਤੁਸੀਂ ਫੰਡ ਭੇਜਿਆ ਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਜਿਹੜੇ ਕੌਮ ਦੇ ਲਈ ਕੰਮ ਕਰਦੇ ਹਨ, ਚਾਹੇ ਕਿਸੇ ਵੀ ਤਰ੍ਹਾਂ ਹੀਲਾ ਹੀਲਾ ਕਰਦੇ, 2-2 4-4 ਪਾਉਂਡ ਇਕੱਠੇ ਕਰਕੇ, ਇਹਦੇ ਵਿੱਚ ਸਾਡੀ ਬਰਕਤ ਆ। ਅਸੀਂ ਇਹ ਜ਼ਰੂਰ ਆ ਗੱਲ ਇਹ ਕਰਨੀ ਚਾਹੁੰਦੇ ਹਾਂ ਕਿ ਅਸੀਂ ਮੰਗ ਕੇ ਕਿਸੇ ਤੋਂ ਪੈਸਾ ਨਹੀਂ ਲੈਣਾ। ਜੇ ਕਿਸੇ ਨੇ ਦੇਣਾ ਚਾਹੁੰਦੇ ਆ ਉਸ ਚੀਜ਼ ਲਈ, ਜਿਸ ਕੌਜ ਲਈ ਦੇਣਾ ਚਾਹੁੰਦੇ ਆ, ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ। ਹਾਂਜੀ ਹਾਂਜੀ ਮੋਹਨ ਗੱਡੂ ਜੀ ਹੁਣੀ ਦੇਖੋ ਕਿੰਨੀ ਵਧੀਆ ਗੱਲ। ਹਾਂਜੀ ਮੈਂ ਧੰਨਵਾਦ ਕਰਦਾ ਮੋਹਨ ਗੱਡੂ ਜੀ ਦਾ, ਕਿਉਂਕਿ ਬੜੇ ਪੁਰਾਣੇ ਘਲਾਟੀ ਹਨ, ਬੜੀ ਕਮਿਊਨਿਟੀ ਦੀ ਸੇਵਾ ਇਹਨਾਂ ਦੀ ਹੈ ਜੀ। ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਰੈਵੋਲੂਸ਼ਨਰੀ ਬਾਣੀ, ਤੁਸੀਂ ਇਹ ਦੇਖ ਲਓ ਉਸ ਵੇਲੇ ਕਿਹੋ ਜਿਹਾ ਮਾਹੌਲ ਸੀ। ਉਹਨਾਂ ਦੇ ਜਿਹੜੇ ਰਾਜੇ ਮਹਾਰਾਜਾ ਦੇ ਨਾਲ ਟੱਕਰ ਲਈ ਆਪਣੀ ਬਾਣੀ ਦੇ ਨਾਲ ਸਾਰਿਆਂ ਨੂੰ ਇੱਕ ਮੈਸੇਜ ਦਿੱਤਾ ਜੀ। ਇਸ ਕਰਕੇ ਜਿਹੜਾ ਕਿ ਆਓ ਰਲ ਮਿਲ, ਕਿਉਂਕਿ ਹੁਣ ਇੱਕ ਵਾਰੀ ਕਈ ਵਾਰੀ ਅਸੀਂ ਦਿਲ ਵਿੱਚ ਸੋਚਦੇ ਹਾਂ ਜਦੋਂ ਸਾਡੇ ਆਪਣੇ ਬਦਲ ਜਾਤੀ ਹੈ ਜ਼ਿੰਦਗੀ की सच्चाई उस वक्त बदल जाती है ज़िंदगी की सच्चाई उस वक्त जब कभी तुम्हारे सामने तुम्हारा नहीं होता जी, जब कभी तुम्हारे सामने, क्योंकि साढ़े ਜਿਹੜੇ ਭੈਣ ਭਰਾ ਸਾਰੇ ਹੀ ਆ, ਕਿਉਂਕਿ ਸਾਡਾ ਸਾਂਝੀਵਾਲਤਾ ਸਾਰਿਆਂ ਨਾਲ ਹੈ, ਮੈਸੇਜ ਸਾਡਾ ਸਾਰਿਆਂ ਨਾਲ ਇਕੱਠਾ, ਦੁੱਖ ਸਾਨੂੰ ਸਾਰਿਆਂ ਨੂੰ ਉਹੀ ਆ। ਇਸ ਕਰਕੇ ਜਦੋਂ ਅਸੀਂ ਆਪਸ ਵਿੱਚ ਇੱਕ ਦੂਜੇ ਦੇ ਰਲ ਮਿਲ ਕੇ ਕੰਮ ਨਹੀਂ ਕਰਦੇ ਆ ਨਾ, ਉਸ ਵੇਲੇ ਇੱਕ ਸਾਰਾ ਜਿਹੜਾ ਸਿਸਟਮ ਖਰਾਬ ਹੋ ਜਾਂਦਾ ਹੈ। ਅੱਜ ਅਸੀਂ ਇਹ ਜਿਹੜੀ ਮੁਹਿੰਮ ਚਲਾਈ ਆ, ਜਾਂ ਅਸੀਂ ਹਾਂਜੀ ਮੈਂ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ ਹਾਂ ਮੋਹਨ ਗੱਡੂ ਜੀ ਦੇ ਬਾਰੇ। ਉਹਨਾਂ ਨੇ ਬਹੁਤ ਹੀ ਸਭਾ ਸੋਸਾਇਟੀਆਂ 'ਚ ਕੰਮ ਕੀਤਾ। ਇੱਕ ਐਜੂਕੇਸ਼ਨ ਏਡ ਸੋਸਾਇਟੀ ਹੁੰਦੀ ਸੀ ਬਰਮਿੰਘਮ ਤੋਂ ਚੱਲਦੀ, ਅੱਜ ਕੱਲ੍ਹ ਸਾਊਥ ਹਾਲ ਤੋਂ ਵੀ ਚੱਲ ਰਹੀ ਹੈ, ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਪਾਰਟ ਰੋਲ। ਹਾਂਜੀ ਜੀ, ਮੈਨੂੰ ਪਤਾ, ਸੌਰੀ ਕੈਰੀ ਔਨ। ਨਹੀਂ ਜੋ ਤੁਸੀਂ ਕੀਤਾ ਜੀ, ਕਿਉਂਕਿ ਇਸ ਕਰਕੇ ਜਿਹੜਾ ਕਿ ਰਲ ਮਿਲ ਕੇ ਕੰਮ ਕਰਨਾ, ਕਈ ਵਾਰੀ ਸਾਨੂੰ ਇਹ ਵੀ ਕਮੈਂਟ ਆਉਂਦੇ ਹਨ ਵੀ ਤੁਸੀਂ ਦੋਨੇ ਜਿਹੜੇ ਕਿ ਰੌਲਾ ਜ਼ਿਆਦਾ ਪਾ ਰਹੇ, ਦੋਨੇ ਪ੍ਰੋਗਰਾਮ ਦਿੰਦੇ ਵੀ ਹੋਰ ਕੋਈ ਇਹਦੇ ਵਿੱਚ ਕਈ, ਤੁਹਾਨੂੰ ਪਤਾ ਵੀ ਲਾਈਵ ਟੀਵੀ 'ਤੇ ਲਾਈਵ ਹੋਣਾ ਜਿਹੜਾ ਕੋਈ ਛੋਟੀ ਜਿਹੀ ਗੱਲ ਨਹੀਂ, ਕਿ ਕਈ ਵਾਰੀ ਸਾਨੂੰ ਜਿਹੜਾ ਕਿ ਆਉਂਦਿਆਂ ਦੇ ਟੈਲੀਫੋਨ ਆਉਂਦੇ ਆ ਇੰਡੀਆ ਵੀ ਆਹ ਸਾਡਾ ਮਸਲਾ ਜੀ, ਆਹ ਸਾਡੀ ਮੁਹਿੰਮ ਚੱਲ ਰਹੀ ਹੈ। ਹਾਂਜੀ ਕਾਲ ਸੌਰੀ ਹੈ। ਹੈਲੋ ਜਗਦੇਵ ਜੀ। ਹੈਲੋ ਹੈਲੋ ਕਲੇਸ਼ ਸਾਹਿਬ ਜੈਗਦੇਵ। ਹਾਂਜੀ ਮੈਮੀ ਸਾਹਿਬ ਜੈਗਦੇਵ ਜੀ ਧਨਕਦੇਵ। ਹਾਂਜੀ ਮੈਮੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਕਲੇਸ਼ ਸਾਹਿਬ, ਚੌਹਾਨ ਸਾਹਿਬ, ਤੁਹਾਨੂੰ ਦੋਹਾਂ ਨੂੰ ਬਹੁਤ ਬਹੁਤ ਜੈਗਦੇਵ। ਬਹੁਤ ਵਧੀਆ ਪ੍ਰੋਗਰਾਮ ਤੁਸੀਂ ਕਰ ਰਹੇ ਆ ਜੀ, ਕਿਉਂਕਿ 1 ਘੰਟੇ ਦੇ ਵਿੱਚ ਤੁਸੀਂ ਬਹੁਤ ਵੱਡੀਆਂ ਤੇ ਅਗਾਂਹ ਵਧਣ ਨੂੰ ਵਿਚਾਰਾਂ ਦੀਆਂ ਗੱਲਾਂ ਕਰ ਦਿੰਦੇ ਆ। ਤੁਹਾਡਾ ਆਸ਼ੀਰਵਾਦ ਹੈ ਜੀ। ਇਹ ਬਾਕੀ ਕਲੇਸ਼ ਸਾਹਿਬ ਗੱਲ ਹੈਗੀ ਆ ਏਕਤਾ ਦੀ। ਹਾਂਜੀ, ਜਿੰਨਾ ਚਿਰ ਸਾਡੇ ਸਮਾਜ ਵਿੱਚ ਏਕਤਾ ਪੈਦਾ ਨਹੀਂ ਹੁੰਦੀ, ਸਾਡੇ ਵਾਸਤੇ ਅੱਗੇ ਵਧਣਾ ਬਹੁਤ ਮੁਸ਼ਕਿਲ ਆ। ਵੈਰੀ ਗੁੱਡ। ਕਿਉਂਕਿ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ, ਕੋਸ਼ਿਸ਼ ਕਰਦੇ ਵੀ ਆਏ ਆ, ਕਰਨੀ ਵੀ ਚਾਹੀਦੀ ਹੈ, ਅੱਗੇ ਤੋਂ ਵੀ ਹੋਣੀ ਚਾਹੀਦੀ ਆ ਜੀ। ਦੇਖੋ ਜਿਹੜਾ ਸਾਧੂ ਸਮਾਜ ਦਾ ਸੁਨੇਹਾ ਜਿਹੜਾ ਅੱਜ, ਹਾਂਜੀ, ਉਹ ਸਾਧੂ ਸਮਾਜ ਦਾ ਸੁਨੇਹਾ ਜਿਹੜਾ ਉਹ ਸੰਗਤ ਦੇ ਵਿੱਚ ਉਹ ਸਹੀ ਨਹੀਂ ਆ ਰਿਹਾ ਜੀ। ਕਿਉਂਕਿ
ਜਿੰਨਾ ਚਿਰ ਇੱਕ ਸਾਧੂ ਸਮਾਜ ਆਪਸ ਵਿੱਚ ਭਾਈਚਾਰੇ ਵਿੱਚ ਇਕੱਤਰ ਹੋ ਕੇ ਹਮਲਾ ਨਹੀਂ ਮਾਰਦੇ ਉਹਨਾਂ 'ਚ ਜਿਹੜੀ ਸੰਗਤ ਹੈ ਉਹ ਵੀ ਛੱਜੋ ਪੰਜ ਪਈ ਹੋਈ ਆ। ਸਹੀ ਗੱਲ ਹੈ ਜੀ। ਤੇ ਬਾਕੀ ਜਿਹੜੇ ਲੋਕ ਪਿੱਛੇ ਜੇ ਤੁਹਾਨੂੰ ਬੜੀ ਉਹ ਧਮਕੀ ਆਈ ਸੀ ਜਾਂ ਗੱਲਾਂ ਕਰਦੇ ਆ ਜਾਂ ਮੋਸਟਲੀ ਪੈਸੇ ਇਕੱਠੇ ਕਰਦੇ ਆ, ਮੈਂ ਥੋੜੀ ਜਿਹੀ ਤੁਹਾਨੂੰ ਅਰਜ਼ ਕਰਨਾ ਚਾਹੁੰਦਾ ਜੀ। ਭਾਈ ਗੁਰਦਾਸ ਜੀ ਨੇ ਇੱਕ ਆਪਣੇ ਮੁਖਾਤਮਨ ਤੋਂ ਕੁਝ ਬਾਣੀ ਉਚਾਰੀ ਆ ਜੀ। ਉਹਨੇ ਇਹ ਉਚਾਰਿਆ, ਅਮਲੀ ਅਮਲ ਛੱਡਣੇ ਹੋਏ ਬਹਿਣ ਇਕੱਠੇ, ਅਮਲੀ ਅਮਲ ਛੱਡਣੇ ਹੋਏ ਬਹਿਣ ਇਕੱਠੇ ਜੀ। ਜਿਉਂ ਜੋ ਜੂਏ ਜੋਹਾਰੀਆਂ ਲਗਦਾਗ ਵ ਬੱਠੇ, ਚੋਰੀ ਚੋਰ ਨ ਪਰਲੇ ਦੁੱਖ ਸਹਿਣ ਗਰਠੇ ਜੀ। ਰਹਿਣ ਨ ਗਣਕਾ ਬਾੜਿਓ ਵੀ ਕਰਮੀ ਲੱਠੇ, ਉਹ ਪਾਪੀ ਪਾਪ ਦੇ ਉਹ ਫਿਰਦੇ ਨਠੇ, ਜਿਹੜੀ ਪਾਪ ਕੋਣ ਆਇਆ ਉਹਨਾਂ ਨੂੰ ਕਦੇ ਢੋਈ ਨਹੀਂ ਮਿਲਣੀ। ਮਤਲਬ ਜੇ ਅਸੀਂ ਆਪਣੀ ਇੱਥੇ ਅੱਜ ਯੂਕੇ ਦੀ ਗੱਲ ਕਰੀਏ, ਹਾਂਜੀ ਯੂਕੇ ਦੀ ਗੱਲ ਕਰੀਏ ਜੀ, ਸ਼੍ਰੀ ਗੁਰੂ ਰਵਿਦਾਸ ਸਾਹਿਬ ਯੂਕੇ ਨੇ ਜੀ ਅੱਛੀ ਵਿਚਾਰਧਾਰਾ ਦੇ ਨਾਲ ਬਹੁਤ ਵੈਸਾ ਕਰਕੇ ਇੱਕ ਵਿਧਾਨ ਬਣਾਇਆ ਸੀ ਜੀ। ਉਹ ਵਿਧਾਨ ਦੇ ਵਿੱਚ ਆਪਣੇ ਪਰਮ ਪਿਤਾ ਆਪਣੇ ਮਹਾਨ ਇਸ਼ਟ ਗੁਰੂ ਸਤਿਗੁਰੂ ਦਾ ਸ਼੍ਰੀ ਰਵਿਦਾਸ ਮਰ ਦੇ ਸ਼ਰਧਾਲੂ ਸੀ ਜੀ ਕਿ ਫਾਲੋਅਰ ਆਫ ਸ਼੍ਰੀ ਗੁਰੂ ਰਵਿਦਾਸ ਜੀ ਰਵਿਦਾਸੀਆ ਬ੍ਰੈਕਟ ਦੇ ਵਿੱਚ ਪਾਇਆ ਸੀਗਾ ਜੀ। ਉਹਦੇ ਨਾਲ ਦੇਖੋ ਇਹਨਾਂ ਦੇ ਅੱਗੇ ਸਾਨੂੰ ਹੁਣ ਜਿਹੜੀ ਕਿ ਨਾ ਪਹਿਰਾ ਦੇ ਹੈਗੀ ਆ, ਅਸੀਂ ਹਰ ਦਾ ਨਿਸ਼ਾਨ ਬਣਾ ਚੁੱਕੇ ਆ। ਸਹੀ ਗੱਲ ਹੈ। ਆਪਣੇ ਪਰਮ ਪਿਤਾ ਆਪਣੇ ਇਸ਼ਟ ਗੁਰੂ ਸਾਡੇ ਜਿਹੜੇ ਇਸ਼ਟ ਗੁਰੂ ਰਵਿਦਾਸ ਮਹਾਰਾਜ ਨੂੰ ਮੰਨ ਚੁੱਕੇ ਆ। ਉਹਨਾਂ ਦੀ ਮਾਤਾ ਦਾ ਕਲਸਾ ਨਾ ਪਿਤਾ ਸੰਤੋਖ, ਉਹਨਾਂ ਦਾ ਪਰਮ ਪਵਿੱਤਰ ਅਵਤਾਰ ਸਨ ਪ੍ਰਕਾਸ਼ੀ ਬਨਾਸਕਾਂਚੀ ਜੀ। ਤੇ ਇਸ ਕਰਕੇ ਜਾਣੀ ਕਿ ਇਹਨਾਂ ਗੱਲਾਂ ਦੇ ਜੋ ਹੈ, ਕਿਉਂਕਿ ਅਸੀਂ ਇੱਥੇ ਜੋ ਬ੍ਰੈਕਟ ਦੇ ਵਿੱਚ ਰਵਿਦਾਸੀਆ ਲਿਖਿਆ ਸੀ ਉਹ ਬੜੀ ਬਹਿਸ ਤੋਂ ਬਾਅਦ ਸ਼੍ਰੀ ਗੁਰਦਾਸ ਯੂਕੇ ਦੇ ਵਿੱਚ ਗਠਬੰਧਨ ਆ ਪਾਸ ਕੀਤਾ ਗਿਆ ਸੀ। ਤਾਂ ਲਿਖਿਆ ਸੀ ਕਿ ਜਿਹੜੇ ਇੱਥੇ ਦੇ ਜੰਪਲ ਬੱਚੇ ਆ ਜੀ, ਉਹਨਾਂ ਦੇ ਦਿਮਾਗ ਦੇ ਵਿੱਚ ਸਿੱਧੀ ਗੱਲ ਪਰੇ ਅਸੀਂ ਰਵਿਦਾਸੀ ਆ, ਫਾਲੋਅਰ ਆਫ ਸ਼੍ਰੀ ਗੁਰਦਾਸ ਜੀ। ਬਾਕੀ ਦੇਖੋ ਜੋ ਧਰਮ ਕੀ ਆ ਧਰਮ ਵੀ ਚੱਲਿਆ ਆ, ਰਵਿਦਾਸੀਆ ਧਰਮ ਵੀ ਤੁਸੀਂ ਗੱਲ ਕਰ ਰਹੇ ਆ। ਆਪਾਂ ਉਸ ਗੱਲ ਤੇ ਪਹਿਰਾ ਦੇਣਾ ਜੋ ਸਾਡੀ ਕੌਮ ਦੇ ਹਿੱਤ ਵਿੱਚ ਗੱਲ ਜਾਂਦੀ ਹੈ। ਸਹੀ ਗੱਲ ਹੈ ਜੀ। ਜਿਹੜੇ ਇਸ ਕੌਮ ਦੇ ਆਪਣੇ ਹਿੱਤ ਵਿੱਚ ਗੱਲ ਹੋਵੇ ਉਹ ਤੇ ਆਪਾਂ ਨੂੰ ਫਾਇਦਾ ਹੋਵੇ ਉਹ ਤੇ ਆਪਾਂ ਪਹਿਰਾ ਦੇਣਾ ਆ। ਬਾਕੀ ਦੇਖੋ ਜਿਹੜੀ ਭਾਰਤੀ ਸਰਕਾਰ ਹਿੰਦੂ ਦੀ ਸਰਕਾਰ ਜੋ ਹਿੰਦੁਸਤਾਨ ਦੀ ਸਰਕਾਰ ਆ, ਉਹ ਕਲੇਰ ਸਾਹਿਬ ਉੱਪਰ ਬੈਠ ਕੇ ਬਹੁਤ ਕਨਸਪੀਰੇਸੀ ਬਹੁਤ ਕਰ ਰਹੀ ਹੈ, ਬਹੁਤ ਚਾਲਾਂ ਖੇਡ ਰਹੀ ਹੈ। ਗੇਮ ਹੈ ਉਹਨਾਂ ਦੀ। ਉਹ ਚਾਲਾਂ ਕਿਹੜੀਆਂ ਖੇਡ ਰਹੀ ਹੈ? ਦੇਖੋ ਤੁਲਾਬਾਦ ਮੰਦਿਰ ਸਾਡਾ ਗੁਰੂ ਰਵਿਦਾਸ ਦਾ ਮਹਾਨ ਇਤਿਹਾਸਕ ਮੰਦਿਰ ਸੀ। ਹਾਂਜੀ। ਉੱਥੇ ਉਹਨੇ ਏਦਾਂ ਦੀ ਇੱਕ ਕਮੇਟੀ ਸਥਾਪਿਤ ਕਰ ਦਿੱਤੀ ਆ ਕਿ ਇੱਕ ਜਾਨੀ ਕਿ ਸਾਡੇ ਜਾਨੀ ਕਿ ਆਪਣੇ ਧਰਮ ਸਥਾਨ ਦੇ ਵਿੱਚ ਉਹਨੇ ਏਦਾਂ ਦੀ ਇੱਕ ਗੇਂਦ ਸਿੱਟ ਦਿੱਤੀ ਆ, ਇੱਕ ਮਤੀਰ ਨੂੰ ਅੱਗ ਲਾ ਕੇ ਸਿੱਟ ਦਿੱਤਾ ਆ ਤੇ ਇਹ ਆਪਸ ਵਿੱਚ ਇਹਨਾਂ ਦਾ ਝਗੜਾ ਪਿਆ ਰਵੇ, ਉਹ ਆਪਣਾ ਫਾਇਦਾ ਉਠਾਈ ਜਾਣ। ਪਰ ਸਾਡੀ ਸੋਚ ਤਾਂ ਹੀ ਵਧੀਆ ਹੋਊਗੀ ਕਿ ਜਿਹੜਾ ਉਹਨੇ ਸਾਡੇ ਲਈ ਇੱਕ ਮੈਦਾਨ ਦਾ ਜਾਣੀ ਇੱਕ ਜਿਹੜੀ ਕਿ ਮੈਦਾਨ ਲੜਾਈ ਦਾ ਮੈਦਾਨ ਬਣਾਇਆ, ਉਹਨੂੰ ਅਸੀਂ ਕਿੱਦਾਂ ਇਕੱਤਰ ਕਰਨਾ, ਉਹ ਕਿੱਦਾਂ ਅੱਗ ਬੁਝਾਉਣੀ ਆ, ਉਸ ਦੇ ਲਈ ਸਾਨੂੰ ਇਕੱਠੇ ਹੋਣਾ। ਹਾਂਜੀ, ਇਹ ਅਸੀਂ ਏਕਤਾ ਪ੍ਰਤੀ ਸੋਚ ਲੈ ਕੇ ਨਹੀਂ ਆਉਂਦੇ ਤੇ ਸਾਡੇ ਜਾਣੀ ਕਿ ਜਿਹੜਾ ਸਾਡਾ ਅਸਲੀ ਦੁਸ਼ਮਣ ਆ ਜੀ ਉਹ ਹਾਵੀ ਹੋ ਜਾਊਗਾ। ਉਸੇ ਕਲੇਸ਼ ਨੂੰ ਇਕੱਠੇ ਹੋਣ ਦੀ ਲੋੜ ਹੈ। ਜਿਹੜਾ ਅਸਲੀ ਦੁਸ਼ਮਣ ਆ ਉਹ ਸਾਨੂੰ ਦੋ ਫਾੜ ਕਰਕੇ ਕਿੰਨਾ ਫਾਇਦਾ ਉਠਾਇਆ ਜਾਂਦਾ ਆ। ਧੰਨਵਾਦ। ਹੱਥ ਜੋੜ ਕੇ ਇਹੀ ਬੇਨਤੀ ਆ ਕਿ ਜਿੰਨੇ ਵੀ ਹੈਗੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਗੱਲ ਤੇ ਪਹਿਰਾ ਦੇਣਾ ਚਾਹੀਦਾ। ਜੈ ਗੁਰਦੇਵ। ਧੰਨ ਗੁਰਦੇਵ ਜੀ। ਮੈਮੀ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਗੌਰਮੈਂਟਾਂ ਜਿਹੜੀਆਂ ਚਾਲਾਂ ਖੇਡਦੀਆਂ ਸਾਨੂੰ ਵੀ ਉਹਨਾਂ ਤੋਂ ਅਵੇਅਰ ਹੋਣਾ ਚਾਹੀਦਾ ਹੈ। ਸਾਡੇ ਸਮਾਜ ਨੂੰ ਅਸੀਂ ਸਾਧੂ ਸੰਤ ਸਮਾਜ ਦੇ ਅੱਗੇ ਬੇਨਤੀ ਅੱਗੇ ਕਰਦੇ ਹਾਂ, ਪਹਿਲਾਂ ਤੋਂ ਵੀ ਕਰਦੇ ਆਏ, ਤੁਸੀਂ ਵੀ ਕਰਦੇ ਆਏ ਆ। ਚਾਹੇ ਯੂਕੇ ਸਭਾ ਸੀ ਜਦੋਂ ਦੀ ਬਣੀ ਹੈ, ਯੂਕੇ ਸਭਾ ਨੇ ਬੜੇ ਵੱਡੇ ਮਾਰਕੇ ਮਾਰੇ ਆ। ਜੇ ਅਸੀਂ ਅੱਜ ਕੱਲ੍ਹ ਗੱਲ ਕਰੀਏ, ਜਿਹੜੇ ਲੋਕ ਗੱਲ ਕਰਦੇ ਆ ਕਿ ਜਿਹੜਾ ਇੱਕ ਸਕੂਲ ਸੀ ਜਾਂ ਕਾਲਜ ਸੀ ਪੰਜਾਬ ਦੇ ਵਿੱਚ, ਉਹ ਵੀ ਜਿਹੜਾ ਯੂਕੇ ਸਭਾ ਵੱਲੋਂ ਹੀ ਜਿਹੜਾ ਉਹਦੀ ਬਣਤਰ ਰੱਖੀ ਗਈ ਸੀ, ਨੀਂਹ ਪੱਥਰ ਰੱਖੇ ਗਏ ਸਨ। ਜਾਂ ਦੂਏ ਆਪਾਂ ਫਗਵਾੜੇ ਵਾਲੇ ਜਾਂ ਮੰਦਿਰ ਦੀ ਗੱਲ ਕਰ ਲਈਏ, ਉਹ ਵੀ ਯੂਕੇ ਵਾਲਿਆਂ ਨੇ ਹੀ ਉਹਦੀ ਪਹਿਲ ਕੀਤੀ ਸੀ। ਜੇ ਬਨਾਰਸ ਮੰਦਿਰ ਦੀ ਗੱਲ ਕਰ ਲਈਏ, 2002 ਦੇ ਵਿੱਚ ਮੈਨੂੰ ਵੀ ਪਹਿਲੀ ਵਾਰੀ ਜਾਣ ਦਾ ਮੌਕਾ ਮਿਲਿਆ। ਉਸ ਵੇਲੇ ਵੀ ਯੂਕੇ ਦੀ ਜਿਹੜੀ ਸੰਸਥਾ ਹੈ, ਉਸ ਵੇਲੇ ਗੁਰਮੇਲ ਸਿੰਘ ਚੈਂਬਰ ਜੀ ਪ੍ਰਧਾਨ ਸਨ, ਉਹ ਸਾਡੇ ਨਾਲ ਅਸੀਂ ਇਕੱਠੇ ਗਏ ਸੀ। ਲੇਕਿਨ ਜਿੱਥੇ ਵੀ ਯੂਕੇ ਸਭਾ ਨੇ ਕੰਮ ਕੀਤੇ ਆ, ਅਸੀਂ ਸ਼ਲਾਘਾਯੋਗ ਹੈ, ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ। ਉਹਨਾਂ ਨੇ ਸਤਿਗੁਰੂ ਦਾਸ ਮਹਾਰਾਜ ਦੀ ਪੋਰਟਰੇਟ ਆ ਜਿਹੜੀ ਇੱਕ, ਉਸ ਨੂੰ ਰਜਿਸਟਰ ਕਰਵਾਇਆ, ਹਰ ਦੇ ਨਿਸ਼ਾਨ ਨੂੰ ਰਜਿਸਟਰ ਕਰਵਾਇਆ। ਬਨਾਰਸ ਸਾਡਾ ਜਿਹੜਾ ਸਰਬਸ਼੍ਰੇਸ਼ਟ ਮੰਦਿਰ ਆ ਉਸ ਨੂੰ ਰਜਿਸਟਰ ਕਰਾਇਆ। ਸਾਡਾ ਜਿਹੜਾ ਹਰ ਦਾ ਨਿਸ਼ਾਨ ਆ ਉਹਨੂੰ ਰਜਿਸਟਰ ਕਰਾਇਆ। ਜੈ ਗੁਰਦੇਵ ਨਾਰਾ ਜਿਹੜਾ ਆ, ਇਹ ਮੰਨਣ ਵਾਲੀਆਂ ਗੱਲਾਂ ਹਨ। ਲੇਕਿਨ ਜਿਹੜਾ ਅੱਜ ਸਾਡੇ ਸਮਾਜ ਦੇ ਵਿੱਚ ਬੀਜ ਬੀਜਿਆ, ਚਾਹੇ ਉਹ ਗੌਰਮੈਂਟਾਂ ਬੀਜਦੀਆਂ ਹਨ ਜਾਂ ਸਾਡੇ ਲੋਕ ਬੀਜਦੇ ਹਨ, ਉਹਨਾਂ ਤੋਂ ਸਾਨੂੰ ਜਿਹੜਾ ਅਵੇਅਰ ਹੋਣਾ ਪਊਗਾ। ਸਾਨੂੰ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਪਊਗਾ।
ਜੋ ਸਤਿਗੁਰੂ ਦਾਸ ਮਹਾਰਾਜ ਦਾ ਬਨਾਰਸ ਮੰਦਿਰ ਤੋਂ ਹੁਕਮ ਆਉਂਦਾ ਹੈ, ਜੇ ਅਸੀਂ ਉਹਨਾਂ ਚੀਜ਼ਾਂ ਨੂੰ ਮੰਨਦੇ ਹਾਂ ਤੇ ਅਸੀਂ ਸਤਿਗੁਰੂ ਦਾਸ ਮਹਾਰਾਜ ਦੇ ਪੈਰੋਕਾਰ ਹਾਂ। ਜਾਂ ਜੇ ਅਸੀਂ ਉਹਨਾਂ ਗੱਲਾਂ ਨੂੰ ਨਹੀਂ ਮੰਨਦੇ, ਅਸੀਂ ਸਤਿਗੁਰੂ ਦਾਸ ਮਹਾਰਾਜ ਦੇ ਪੈਰੋਕਾਰ ਨਹੀਂ ਹੈ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਇੰਨਾ ਚਿਰ ਹੋ ਗਿਆ, ਸਾਲ 2 ਸਾਲ ਹੋ ਗਿਆ ਤੁਹਾਨੂੰ ਵੀ ਜਿਹੜਾ ਗੁਰੂ ਘਰ ਆ ਤੁਸੀਂ ਬਣਾ ਰਹੇ ਆ, ਉਹਦੀ ਸੇਵਾ ਕਰ ਰਹੇ ਆ। ਸਾਡੇ ਆਪਣੇ ਗੁਰੂ ਘਰ ਕਿਉਂ ਇੱਦਾਂ ਬਣ ਰਹੇ ਆ, ਨਵੇਂ ਕਿਉਂ ਬਣਾਉਂਦੇ ਆ, ਜਾਂ ਉਹਨਾਂ ਨੂੰ ਕਿਉਂ ਡਿਵੈਲਪ ਕਰ ਰਹੇ ਆ? ਕਿਉਂਕਿ ਸਾਡੇ ਸਤਿਗੁਰੂ ਦਾਸ ਮਹਾਰਾਜ ਦੇ ਘਰ ਆ। ਅਸੀਂ ਆਪਣੇ ਘਰਾਂ ਨੂੰ ਕਲੀ ਪੇਂਟ ਰੋਗਨ ਰੋਜ਼ ਕਰਦੇ ਹਾਂ ਕਿ ਸਾਡੇ ਗੁਰੂ ਦਾ ਵੀ ਘਰ ਜਿਹੜਾ ਵਧੀਆ ਹੋਣਾ ਚਾਹੀਦਾ ਹੈ। ਅਸੀਂ ਤੁਹਾਨੂੰ ਵੀ ਸਲੂਟ ਕਰਦੇ ਹਾਂ ਜਿਹੜੇ ਇੰਨੀ ਮਿਹਨਤ ਦਿਨ ਰਾਤ ਮਿਹਨਤ ਕਰਕੇ ਤੁਸੀਂ ਜਿਹੜਾ ਗੁਰੂ ਘਰ ਆ ਜਿਹੜਾ ਬਣਾ ਰਹੇ, ਸਤਿਗੁਰੂ ਦਾਸ ਮਹਾਰਾਜ ਦਾ ਗੁਰੂ ਘਰ ਬਣਾ ਰਹੇ ਆ, ਅਤੇ ਉਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਯੋਗਦਾਨ ਆ। ਮੈਂ ਇੱਕ ਜ਼ਰੂਰ ਗੱਲ ਕਹੂੰਗਾ, ਪਹਿਲਾਂ ਮਾਨਕ ਜੀ ਨੇ ਵੀ ਕਿਹਾ, ਤੁਸੀਂ ਵੀ ਇੱਕ ਗੱਲ ਵਿੱਚ ਕਹਿ ਗਏ ਆ ਥੋੜ੍ਹੀ ਜਿਹੀ ਲੁਕਮੀ ਗਲਤ ਦਾ ਵਿਰੋਧ ਖੁੱਲ੍ਹ ਕੇ ਕਰਨਾ ਚਾਹੀਦਾ। ਗਲਤ ਦਾ ਵਿਰੋਧ ਖੁੱਲ੍ਹ ਕੇ ਕਰਨਾ ਚਾਹੀਦਾ, ਭਾਵੇਂ ਰਾਜਨੀਤੀ ਹੋਵੇ ਚਾਹੇ ਸਮਾਜਿਕ। ਇਤਿਹਾਸ ਆਵਾਜ਼ ਉਠਾਣੇ ਵਾਲਿਆਂ 'ਤੇ ਲਿਖਿਆ ਜਾਂਦਾ ਆ, ਤਲਵੇ ਚੱਟਣ ਵਾਲਿਆਂ 'ਤੇ ਨਹੀਂ। ਜੋ ਗੱਲ ਸਮਾਜ ਦੀ ਕਰੂਗਾ, ਜੋ ਕੌਮ ਦੇ ਸਮਾਜ ਦੇ ਹੱਕ 'ਚ ਕਰੂਗਾ, ਜੋ ਉਹਦੇ ਫੇਵਰ 'ਚ ਕਰੂਗਾ, ਉਹਨਾਂ ਦੇ ਉੱਤੇ ਜੋ ਗਲਤ ਗੱਲ ਕਰਦੇ ਉਹਨਾਂ ਦੇ ਮੂਹਰੇ ਜੇ ਕੋਈ ਬੋਲਦਾ ਨਹੀਂ, ਜੇ ਗੱਲ ਨਹੀਂ ਕਰਦਾ, ਤੇ ਫਿਰ ਜਿਹੜਾ ਸਮਾਜ ਆ ਉਹਨਾਂ ਨੂੰ ਲਾਹਨਤਾਂ ਹੀ ਪਾਉਂਦਾ ਆ। ਉਹ ਜਿਹੜੀ ਯੂਕੇ ਸਭਾ ਨੇ ਅੱਜ ਕੰਮ ਕੀਤੇ ਆ ਜਾਂ ਕਰਦੇ ਆ, ਉਹ ਬਹੁਤ ਹੀ ਕਾਬਲੇ ਤਾਰੀਫ ਆ। ਮੈਂ ਉਹਨਾਂ ਨੂੰ ਸਲੂਟ ਕਰਦਾ ਹਾਂ। ਉਹ ਸਤਿਗੁਰੂ ਦਾਸ ਮਹਾਰਾਜ ਦੇ ਸੱਚੇ ਸਿਪਾਹੀ ਹਨ, ਚਾਹੇ ਉਹ ਜਿਸ ਵੀ ਮਰਜ਼ੀ ਧਾਰਮਿਕ ਗ੍ਰੰਥ ਨੂੰ ਮੰਨਦੇ ਹਨ। ਮੈਂ ਇਸ ਦੇ ਉੱਤੇ ਕਿੰਤੂ ਪਰੰਤੂ ਕਰਨ ਨਹੀਂ ਅੰਗਰੇਜ਼ ਕਰਾਂਗਾ, ਲੇਕਿਨ ਮੈਂ ਸਤਿਗੁਰੂ ਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਨੂੰ ਮੰਨਦਾ ਹਾਂ। ਮੈਂ ਸਤਿਗੁਰੂ ਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਉੱਤੇ ਖੜਾ ਹਾਂ। ਲੇਕਿਨ ਧਰਮ ਗ੍ਰੰਥ ਜਿਹੜੇ ਸਾਡੇ ਸਾਰੇ ਸਤਿਕਾਰਯੋਗ ਹਨ, ਉਹ ਕੋਈ ਵੀ ਧਾਰਮਿਕ ਗ੍ਰੰਥ ਹੈ, ਅਸੀਂ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰਦੇ। ਲੇਕਿਨ ਜਿਹੜੇ ਸਾਡੇ ਸਤਿਗੁਰੂ ਦਾਸ ਮਹਾਰਾਜ ਦੇ ਗੁਰੂ ਘਰ ਹਨ, ਮੰਦਰ ਹਨ, ਜਿੱਥੇ ਵੀ ਗੁਰੂ ਘਰ ਦੇ ਵਿੱਚ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਹੈ, ਚਾਹੇ ਅੰਮ੍ਰਿਤ ਬਾਣੀ ਹੈ, ਸਾਡਾ ਫਰਜ਼ ਬਣਦਾ ਹੈ ਅਸੀਂ ਮਾਣ ਸਨਮਾਨ ਦਈਏ ਔਰ ਆਪਣੇ ਗੁਰੂ ਦੀ ਮਹਿਮਾ ਗਾਇਨ ਕਰੀਏ। ਔਰ ਉੱਥੇ ਜਿਹੜੇ ਜਕਾਰੇ ਔਰ ਨਾਅਰੇ, ਚਾਹੇ ਉਹ ਸਾਡਾ ਸੋਸ਼ਲ ਮੀਡੀਆ ਹੋਵੇ, ਚਾਹੇ ਸਾਡਾ ਕਾਮਨ ਮੀਡੀਆ ਹੋਵੇ, ਚਾਹੇ ਧਾਰਮਿਕ ਮੀਡੀਆ ਹੋਵੇ, ਉੱਥੇ ਸਾਡੇ ਜਿਹੜੇ ਜਕਾਰੇ ਆ ਉਹ ਸਾਡੇ ਗੂੰਜਣੇ ਚਾਹੀਦੇ ਆ, ਨਾ ਕਿ ਸਾਡੇ ਉੱਤੇ ਆ ਕੇ ਦੂਸਰਿਆਂ ਦੇ ਜਕਾਰੇ ਗੂੰਜਣ। ਉਹਦੇ ਮੈਂ ਬਰਖਲਾਫ ਆ। ਹਾਂਜੀ ਚੌਹਾਨ ਜੀ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਜਿਸ ਤਰ੍ਹਾਂ ਹੁਣੇ ਆਪਾਂ ਮਹਿਮੀ ਸਾਹਿਬ ਨੇ ਵੀ ਬਹੁਤ ਸਾਰੇ ਆਪਣੇ ਵਿਚਾਰ ਦਿੱਤੇ, ਤੁਸੀਂ ਵੀ ਦੱਸਿਆ ਵੀ ਜਿਹੜੀ ਯੂਕੇ ਸਭਾ ਸੀ ਜੀ, ਉਹਨੇ ਬੜੇ ਕੰਮ ਕੀਤੇ। ਮੈਨੂੰ ਜ਼ਿਆਦਾ ਨੌਲੇਜ ਨਹੀਂ ਗਾ ਜੀ, ਕੋਈ ਗੱਲ ਨਹੀਂ। ਉਹ ਜਿਹੜੇ ਕੰਮ ਜੇ ਉਹ ਪਹਿਲਾਂ ਉਹ ਕਰਦੇ ਸੱਜਣ, ਮੇਰਾ ਖਿਆਲ ਸਾਰੇ ਇਸ ਵੇਲੇ ਜਿੰਦੇ ਹੀ ਬੈਠੇ ਹਨ ਜੀ। ਕਿਉਂਕਿ ਹੁਣ ਕਿਉਂ ਨਹੀਂ ਹੋ ਰਹੇ? ਇਹਦਾ ਮਤਲਬ ਉਹ ਕੰਮ ਜੇ ਘਟੇ ਆ, ਇਹਦਾ ਮਤਲਬ ਸਾਡੇ ਆਪਸ ਵਿੱਚ ਹੀ ਕੋਸ਼ਿਸ਼ਾਂ ਕਰਕੇ, ਜਾਂ ਤਾਂ ਅਸੀਂ ਉਹ ਕੋਈ ਕੰਮ ਕਰਨਾ ਨਹੀਂ ਚਾਹੁੰਦੇ ਜਾਂ ਕਰਨ ਨਹੀਂ ਦੇਣਾ ਚਾਹੁੰਦੇ, ਕਿ ਉਹੋ ਜਿਹੀ ਮੁਹਿੰਮ ਜਿਹੜੀ ਹੈਗੀ ਹੈ ਨਾ, ਅੱਜ ਲੋੜ ਹੈ। ਅਸੀਂ ਵੀ ਜਿਹੜੀ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਅੱਜ, ਉਹ ਜਿਹੜੀ ਜੋ ਵੀ ਸਭ ਸੁਸਾਇਟੀਆਂ ਹਨ, ਜੋ ਵੀ ਹਨ, ਜਿਹੜੀਆਂ ਕਿ ਸਾਂਝੀ ਬਾਤਾਂ ਨੇ ਆਪਣੇ ਭਾਈਚਾਰੇ ਨੂੰ ਅੱਗੇ ਲੈ ਕੇ, ਸਾਡੀ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ। ਕਿਉਂ ਨਹੀਂ ਅਸੀਂ ਰਲ ਮਿਲ ਕੇ ਫਿਰ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਇੰਨੇ, ਚਾਹੇ ਹੜ੍ਹ ਦਾ ਨਿਸ਼ਾਨ ਸੀ, ਚਾਹੇ ਹੋਰ ਕੋਈ ਜਿੱਥੇ ਹੱਕਾਂ ਦੀ ਲੋੜ ਸੀ, ਚਾਹੇ ਹਾਈਵੇ ਦੇ ਸਾਹਮਣੇ ਪ੍ਰੋਟੈਸਟ ਕੀਤੇ, ਤੁਸੀਂ ਇਹ ਵੀ ਦੱਸਿਆ ਵੀ ਬੜੀਆਂ ਬੱਸਾਂ ਭਰ ਕੇ ਆਉਂਦੇ। ਹੁਣ ਕੀ ਹੋ ਗਿਆ ਜੀ? ਅਸੀਂ ਸਾਰੇ ਬੰਦੇ ਉਸ ਵੇਲੇ ਅਸੀਂ ਇਕੱਲੇ ਸੀ, ਅਸੀਂ ਬਜ਼ੁਰਗ ਸੀ। ਹੁਣ ਮੇਰਾ ਕਿ ਇੱਕ ਆਦਮੀ ਦੇ ਨਾਲ 5-5 7-7 ਸਾਡੇ ਬੱਚੇ ਪੋਤੇ ਪੜੋਤੇ ਹਨ। ਇਹ ਗਿਣਤੀ ਸਾਡੀ ਵਧੀ ਹੈ, ਬਹੁਤ ਵੱਡਾ ਕਾਫਲਾ ਆ। ਹੁਣ ਇਹ ਬਹੁਤ ਵੱਡਾ ਕਾਫਲਾ ਹੈ। ਉਹ ਜੇ ਕਿਤੇ ਇਹਨੂੰ ਇੱਕ ਸੈਟਬੈਕ ਲੱਗੀ ਆ ਤਾਂ ਕਿੱਦਾਂ ਲੱਗੀ, ਕਿਉਂ ਲੱਗੀ ਆ, ਕਿਵੇਂ ਲੱਗੀ ਆ, ਉਹਦੇ ਵਿੱਚ ਸਾਨੂੰ ਜਿਹੜੇ ਹੁਣ ਵੀ ਸਾਡੇ ਭੈਣ ਭਰਾ ਸੱਜਣ ਬੈਠੇ ਹਨ, ਸਾਨੂੰ ਸਾਰੇ ਸੁਣਦੇ ਵੀ ਹੋਣਗੇ, ਨਹੀਂ ਵੀ ਸੁਣਦੇ ਹੋਣਗੇ, ਕਿਉਂ ਨੂੰ ਇਹੋ ਜਿਹੇ ਮੁਹਿੰਮ ਚਲਾ ਕੇ ਅਸੀਂ ਅੱਗੇ ਵੱਧ ਕੇ ਸਾਰੇ ਇਕੱਠੇ ਹੋ ਕੇ ਸਾਰਾ ਕੰਮ ਇਹ ਕਰੀਏ, ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇੱਕ ਵਧੀਆ ਮੈਸੇਜ ਦੇ ਸਕੀਏ। ਆਉਣ ਵਾਲੇ ਸਾਡੀ ਜਿਹੜੀ ਇੱਕ ਕਮਿਊਨਿਟੀ ਆ ਰਹੀ, ਸਾਡੇ ਬੱਚੇ ਆ ਰਹੇ ਹਨ, ਉਹਨਾਂ ਨੂੰ ਪਤਾ ਵੀ ਸਾਡੇ ਪਿਓ ਦਾਦੇ ਪੜਦਾਦੇ ਇੱਕ ਬਹੁਤ ਵਧੀਆ ਕਿ ਮੈਸੇਜ ਛੱਡ ਕੇ ਗਏ ਨੇ। ਨਹੀਂ ਤਾਂ ਉਹ ਕਹਿਣਗੇ, ਨਹੀਂ ਤਾਂ ਉਹ ਬੱਚੇ ਜਿਹੜੇ ਹੈਗੇ ਆ ਨਾ, ਸਾਡੀਆਂ ਲੀਹਾਂ 'ਤੇ ਨਹੀਂ ਚੱਲਣਗੇ, ਉਹਨਾਂ ਦੀਆਂ ਆਪਣੀਆਂ ਲੀਹਾਂ ਹੋਣਗੀਆਂ। ਆਓ ਅਸੀਂ ਆਪਣੀ ਕਮਿਊਨਿਟੀ ਨੂੰ, ਆਪਣੇ ਇੱਕ ਭਵਿੱਖ ਨੂੰ, ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਈਏ, ਰਲ ਮਿਲ ਕੇ ਕੰਮ ਕਰੀਏ। ਨਹੀਂ ਤਾਂ ਅਸੀਂ ਪਤਾ ਨਹੀਂ ਕਿਹੜੀ ਵੇਲੇ ਇਹ ਗਏ ਨਾ, ਇਹ ਅਸੀਂ ਕੂਚ ਕਰ ਜਾਣਾ ਹੈ। ਆਓ ਇੱਕ ਵਧੀਆ ਮੈਸੇਜ, ਸਾਂਝੀ ਵਾਲਤਾ ਦਾ ਮੈਸੇਜ ਛੱਡ ਕੇ ਜਾਈਏ। ਧੰਨਵਾਦ ਜੀ ਚੌਹਾਨ ਜੀ, ਬਹੁਤ ਬਹੁਤ ਵਧੀਆ ਤੁਹਾਡੀ ਗੱਲ ਆ ਕਿ ਪਤਾ ਹੀ ਨਹੀਂ ਗਾ ਵੀ ਕੱਲ੍ਹ ਸਵੇਰ ਕਿਹਨੂੰ ਚੜ੍ਹਨੀ ਆ ਜਾਂ ਨਹੀਂ। ਜਿਸ ਤਰ੍ਹਾਂ ਦੀ ਮਹਾਂਮਾਰੀ ਚੱਲਦੀ ਆ, ਇਸ ਦੇ ਵਿੱਚ ਵੀ ਸਾਡੇ ਸਾਥੀ ਜਿਹੜੇ ਭੈਣ ਭਰਾ ਸਾਡੇ ਆ ਜਾਂ ਰਿਸ਼ਤੇਦਾਰ ਆ, ਬਹੁਤ ਹੀ ਜਿਹੜੇ ਆ
ਇਹ ਹਾਂਜੀ ਰੋਜ਼ ਖਬਰਾਂ ਆਉਂਦੀਆਂ ਹਨ ਤੇ ਇਸ ਕਰਕੇ ਉਹਨਾਂ ਜਿਹੜਾ ਦੁੱਖ ਵੀ ਲੱਗਦਾ ਹੈ, ਮਨ ਨੂੰ ਠੇਸ ਵੀ ਪਹੁੰਚਦੀ ਹੈ। ਉਹ ਭੈਣ ਭਰਾ ਜਿਸ ਤਰ੍ਹਾਂ ਕਿ ਸਾਡੇ ਕਪੂਰ ਜੀ ਜਿਹੜੇ ਆ ਨਾਨਕ ਪਿੰਡੀ ਤੋਂ ਸੀਗੇ, ਉਹ ਵੀ ਪਿਛਲੇ ਹਫਤੇ ਜਿਹੜੇ ਆ ਉਹ ਵੀ ਕਿਸੇ ਇੱਕ ਰੇਡੀਓ ਦੇ, ਕਿਉਂਕਿ ਅਸੀਂ ਨਾਂ ਨਹੀਂ ਲੈ ਸਕਦੇ ਟੀਵੀ ਦੇ ਉੱਤੇ, ਇੱਕ ਰੇਡੀਓ ਦੇ ਕੰਮ ਕਰਦੇ ਸਨ, ਟੀਵੀ ਲਈ ਵੀ ਕੰਮ ਕਰਦੇ ਸਨ ਔਰ ਸਮਾਜ ਸੇਵੀ ਵੀ ਸਨ। ਉਹ ਵੀ ਸਾਨੂੰ ਅਲਵਿਦਾ ਕਹਿ ਗਏ ਹਨ। ਸਤਿਗੁਰੂ ਦਾਸ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਹਾਂ ਕਿ ਕਪੂਰ ਜੀ ਉਹਨਾਂ ਨੂੰ ਉਹ ਸਤਿਗੁਰੂ ਦਾਸ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਤੇ ਜਿਹੜੇ ਵੀ ਸਾਥੀ ਸਾਡੇ ਕੋਲ ਵਿਛੜ ਗਏ ਹਨ, ਜਿਸ ਤਰ੍ਹਾਂ ਕਈ ਵਾਰੀ ਦਿਲ ਦੇ ਵਿੱਚ ਮਨ 'ਚ ਆਉਂਦਾ ਹੈ, ਜਿਸ ਤਰ੍ਹਾਂ ਅਸੀਂ ਸਾਊਥ ਹਾਲ 'ਚ ਰਹਿੰਦੇ ਹਾਂ ਜਾਂ ਏਰੀਆ ਸਾਡਾ ਈਲਿੰਗ ਏਰੀਆ ਆ, ਅੱਜ ਕੱਲ੍ਹ ਇੱਥੇ ਟੈਸਟਿੰਗ ਬੜੀ ਹੋਈ ਆ। ਜਿਸ ਤਰ੍ਹਾਂ ਸਾਡੇ ਸਾਊਥ ਹਾਲ ਦੇ ਵਿੱਚ ਕੈਂਪ ਲੱਗੇ ਹੋਏ ਹਨ ਡੋਮੀਨੀਅਨ ਸੈਂਟਰ ਦੇ ਪਿਛਲੇ ਪਾਸੇ ਕਿ ਕਰੋਨਾ ਦੇ ਬਾਰੇ ਤੁਸੀਂ ਆ ਕੇ ਆਪਣੀ ਜਿਹੜੀ ਆ ਟੈਸਟਿੰਗ। ਹੈਲੋ ਜੈਗਦੇਵ ਜੀ, ਹੈਲੋ ਨਮੋ ਬੁੱਧਾ ਜੈ ਭੀਮ ਜੈ ਗੁਰਦੇਵ ਭਾਜੀ। ਨਮੋ ਬੁੱਧਾ ਜੈ ਗੁਰਦੇਵ ਜੈ ਭੀਮ। ਭੈਣ ਜੀ ਰਤੂ ਜੀ, ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਕਿੱਦਾਂ ਠੀਕ ਹੈ ਤੁਸੀਂ? ਹਾਂਜੀ ਭੈਣ ਜੀ ਬਸ ਠੀਕ। ਤਾਂ ਦੁੱਖ ਆ, ਸੱਚੀ ਬਹੁਤ ਦੁੱਖ ਆ, ਆਪਾਂ ਦੱਸ ਵੀ ਨਹੀਂ ਸਕਦੇ ਜੀ, ਪਰ ਆਪਾਂ ਨੂੰ ਇਸ ਟਾਈਮ ਤੇ ਭੈਣਾ ਭਰਾਵਾਂ ਨੂੰ ਇਕੱਠ ਹੋ ਕੇ ਕੁਝ ਕਰਨਾ ਚਾਹੀਦਾ ਆਪਣੀ ਕੌਮ ਲਈ। ਜੀ ਹਾਂਜੀ, ਮੈਨੂੰ ਤੁਹਾਡੇ ਤੇ ਬਹੁਤ ਮਾਣ ਆ ਭਾਜੀ, ਤੁਸੀਂ ਇੰਨਾ ਕੰਮ ਕਰਦੇ ਆ, ਆਪਾਂ ਨੂੰ ਅੱਜ ਬਹੁਤ ਜ਼ਰੂਰਤ ਆ ਜੀ। ਆ ਜਿਹੜਾ ਦੁੱਖ ਚੱਲਦਾ ਹੈ ਆਪਾਂ ਲਈ ਚੱਲਦਾ ਨਾ। ਹਾਂਜੀ, ਕਿੰਨੇ ਲੋਕ ਆਪਣੇ ਵਿਚਾਰੇ ਤੁਰੇ ਜਾਂਦੇ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ। ਪਤਾ ਨਹੀਂ ਲੱਗਦਾ, ਨਹੀਂ ਪਤਾ ਲੱਗਦਾ। ਹਾਂਜੀ ਹਾਂਜੀ, ਤੁਸੀਂ ਠੀਕ ਹੋ? ਹਾਂਜੀ ਸਾਰੇ ਠੀਕ ਹੈ ਭੈਣ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਆਪਣੀ ਸਿਹਤ ਦਾ ਖਿਆਲ ਰੱਖੋ। ਕਹਿ ਵੀ ਨਹੀਂ ਸਕਦੇ। ਨਹੀਂ, ਆਪਣੀ ਸਿਹਤ ਦਾ ਖਿਆਲ ਰੱਖੋ। ਜਿਸ ਤਰ੍ਹਾਂ ਵੀ ਹਦਾਇਤਾਂ ਗੌਰਮੈਂਟ ਦੀਆਂ ਆਉਂਦੀਆਂ ਨਾ, ਆਪਾਂ ਨੂੰ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ, ਉਹਨਾਂ ਦੇ ਉੱਤੇ ਚੱਲਣਾ ਚਾਹੀਦਾ ਹੈ, ਅਮਲ ਕਰਨਾ ਚਾਹੀਦਾ ਆ। ਤੇ ਆਪਣੀ ਸੇਫਟੀ ਆਪ ਹੀ ਆਪਾਂ ਕਰ ਸਕਦੇ ਹਾਂ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਆ, ਆਪਣਾ ਖਿਆਲ ਰੱਖਣਾ ਚਾਹੀਦਾ। ਸਾਰੇ ਭੈਣਾਂ ਭਰਾਵਾਂ ਨੂੰ ਆਪਣੇ ਆਪਣੇ ਘਰਾਂ 'ਚ ਆਪਣੇ ਆਪਣੇ ਪਰਿਵਾਰਾਂ 'ਚ ਤੰਦਰੁਸਤ ਰਹਿਣ, ਖੁਸ਼ ਰਹਿਣ, ਖੁਸ਼ਹਾਲ ਰਹਿਣ। ਸਤਿਗੁਰੂ ਦਾਸ ਮੇਰੇ ਕਾਂਚੀ ਵਾਲੇ ਸ਼ਹਿਨਸ਼ਾਹ ਉਹਨਾਂ 'ਤੇ ਸਦਾ ਹੀ ਆਪਣਾ ਮਿਹਰ ਭਰਿਆ ਹੱਥ ਰੱਖਣ। ਜੋ ਪਰਿਵਾਰ ਸਾਡੇ ਤੋਂ ਵਿਛੜ ਗਏ ਹਨ ਉਹਨਾਂ ਦੇ ਉੱਤੇ ਵੀ ਸਤਿਗੁਰੂ ਦਾਸ ਮਹਾਰਾਜ ਆਪਣਾ ਆਸ਼ੀਰਵਾਦ ਬਣਾਈ ਰੱਖਣ। ਤੇ ਜੋ ਪਰਿਵਾਰ ਉਹਨਾਂ ਦੇ ਚਰਨਾਂ ਦੇ ਵਿੱਚ ਇਸ ਵੇਲੇ ਉਹਨਾਂ ਦੀਆਂ ਅਰਦਾਸਾਂ ਕਰਦੇ ਹਨ, ਉਹਨਾਂ ਦੀਆਂ ਅਰਦਾਸਾਂ ਨੂੰ ਕਬੂਲ ਕਰਨ ਔਰ ਉਹਨਾਂ ਦੇ ਉੱਤੇ ਆਸ਼ੀਰਵਾਦ ਬਣਾਈ ਰੱਖਣ ਕਿ ਉਹ ਲੰਮੀਆਂ ਉਮਰਾਂ ਭੋਗਣ ਔਰ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ਹਾਲ ਰਹਿਣ। ਤੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀਗੇ ਕਿ ਪਹਿਲਾਂ ਵੀ ਅਸੀਂ ਸਾਡੇ ਲੀਡਰਾਂ ਦੀ ਗੱਲ ਕਰਦੇ, ਕਿਉਂਕਿ ਮਿਕਸ ਗੱਲ ਜਿਹੜੀ ਕਰਨੀ ਪੈਂਦੀ ਹੈ। ਜਦੋਂ ਲੀਡਰਾਂ ਦੀ ਗੱਲ ਕਰਦੇ ਹਾਂ, ਤੁਗਲਕਾਬਾਦ ਦਾ ਮੰਦਰ ਢਾਇਆ ਗਿਆ, ਬਾਬਾ ਸਾਹਿਬ ਦੇ ਸਟੈਚੂ ਤੋੜੇ ਜਾਂਦੇ ਹਨ, ਕਦੀ ਭਗਵਾਨ ਵਾਲਮੀਕ ਦੇ ਉੱਤੇ ਟਿੱਪਣੀ ਕੀਤੀ ਜਾਂਦੀ ਹੈ, ਗੰਦੀ ਭਾਸ਼ਾ ਬੋਲੀ ਜਾਂਦੀ ਆ। ਲੇਕਿਨ ਸਾਡੇ ਜਿਹੜੇ ਲੀਡਰ ਆ ਉਹ ਕਿਉਂ ਆਪਣਾ ਮੂੰਹ ਲੁਕੋ ਕੇ ਬੈਠੇ ਹਨ ਜਾਂ ਕਿਉਂ ਕਮਰਿਆਂ ਦੇ ਵਿੱਚ ਲੁਕ ਕੇ ਬੈਠੇ ਹਨ? ਕੀ ਇੱਕ ਬੀਬੀ ਸਿਮਰਤ ਕੌਰ ਬਾਦਲ ਤੋਂ ਨਹੀਂ ਉਹ ਸਿੱਖ ਸਕਦੇ? ਮੈਂ ਉਹਦਾ ਨਾਮ ਬਾਰ-ਬਾਰ ਕਿਉਂ ਲੈ ਰਿਹਾ? ਦਜ਼ਮੈਟੋ ਕਿਹੜੀ ਪਾਰਟੀ ਦੀ ਆ? ਉਹਨੇ ਕਿਸੇ ਸਮਾਜ ਦੇ ਲਈ, ਇੱਕ ਕਿਸਾਨ ਸਮਾਜ ਦੇ ਲਈ, ਜਿਹੜੇ ਜਿਹਨੂੰ ਜ਼ਿਮੀਂਦਾਰ ਕਿਹਾ ਜਾਂਦਾ ਆ, ਉਹਨਾਂ ਦੇ ਅਗੇਂਸਟ ਬਿੱਲ ਬਣ ਰਿਹਾ ਜਾਂ ਕੀ ਬਣ ਰਿਹਾ, ਉਹਦੇ ਹੱਕ ਦੇ ਵਿੱਚ ਉਹਨੇ ਆਵਾਜ਼ ਉਠਾਈ ਆ। ਕਿ ਸਾਡੇ ਜਿਹੜੇ ਲੀਡਰ ਆ ਉਹਨਾਂ ਨੂੰ ਇਹ ਦਿਸਦਾ ਨਹੀਂ ਸਾਡੇ ਉੱਤੇ ਕੀ ਅਤਿਆਚਾਰ ਹੋ ਰਹੇ ਹਨ ਦਿਨ ਹਰ ਰੋਜ਼? ਨਹੀਂ, ਜੇ ਅੱਜ ਜਨਗਣਨਾ ਦੀ ਗੱਲ ਹੀ ਆਈ ਆ, ਰਵਿਦਾਸੀਆ ਧਰਮ ਲਿਖਾਉਣ ਦੀ, ਕਿਸੇ ਨੇ ਵੀ ਇਹਦੇ ਵਿੱਚ ਇੱਕ ਵੀ ਲੀਡਰ ਨੇ ਨਹੀਂ ਕਿਹਾ ਹਾਂ ਬਈ ਇਹਦੇ ਵਿੱਚ ਹੋਣਾ ਚਾਹੀਦਾ, ਇਹ ਗੱਲ ਹੋਣੀ ਚਾਹੀਦੀ ਹੈ। ਇੱਕ ਦੋ ਲੀਡਰਾਂ ਨੂੰ ਜਿਨ੍ਹਾਂ ਨੂੰ ਮੈਮੋਰੈਂਡਮ ਦਿੱਤੇ ਗਏ ਆ, ਮੈਂ ਨਾਮ ਨਾ ਲਵਾਂ ਤਾਂ ਕੋਈ ਗੱਲ ਨਹੀਂ, ਚਲੋ ਸੋਮਦੇਵ ਜਿਹੜੇ ਫਗਵਾੜੇ ਤੋਂ ਆ, ਉਹਨਾਂ ਨੂੰ ਗੱਲ ਕੀਤੀ ਗਈ। ਸਾਡੇ ਜਿਹੜੇ ਸਾਥੀਆਂ ਨੇ, ਭੈਣਾਂ ਭਰਾਵਾਂ ਨੇ, ਜਿਨ੍ਹਾਂ ਨੇ ਵੀ ਮੈਮੋਰੈਂਡਮ ਦਿੱਤੇ ਜਾਂ ਉਹਨਾਂ ਕੋਲ ਬੇਨਤੀ ਕੀਤੀ ਜਾ ਕੇ, ਉਹਨਾਂ ਨੇ ਉਹ ਗੱਲ ਜਿਹੜੀ ਆ ਸੈਂਟਰ ਤੱਕ ਪਹੁੰਚਾਈ ਆ। ਬਾਕੀ ਉਹਨਾਂ ਦੀ ਕਿੰਨੀ ਸੁਣਵਾਈ ਹੁੰਦੀ ਆ ਜਾਂ ਨਹੀਂ ਹੁੰਦੀ ਉਹ ਬਾਅਦ ਦੀਆਂ ਗੱਲਾਂ। ਲੇਕਿਨ ਮੈਂ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ, ਕਈ ਵਾਰੀ ਮਨ ਦੁਖੀ ਹੋ ਜਾਂਦਾ ਆ ਕਿ ਸਾਨੂੰ ਜਿਹੜੇ ਇੰਗਲੈਂਡ ਦੇ ਵਿੱਚ, ਮੈਂ ਆਪਣੀ ਗੱਲ ਨਹੀਂ ਕਰਦਾ, ਮੈਂ ਬਾਕੀ ਦੇ ਭੈਣ ਭਰਾ, ਸਾਨੂੰ ਮਤਲਬ ਸਾਡੇ ਜਿੰਨੇ ਭੈਣ ਭਰਾ ਆ ਜਿਨ੍ਹਾਂ ਨੂੰ 50-50 60-60 ਸਾਲ ਹੋ ਗਏ, ਉਹਨਾਂ ਨੇ ਆ ਕੇ ਸਤਿਗੁਰੂ ਦਾਸ ਮਹਾਰਾਜ ਦੇ ਗੁਰੂ ਘਰ ਕਿਸ ਤਰ੍ਹਾਂ ਬਣਾਏ ਸਨ। ਕਿਉਂਕਿ ਉਹਨਾਂ ਨੂੰ ਲਾਹਣਤਾਂ, ਉਹਨਾਂ ਨੂੰ ਦੁਰਕਾਰਿਆ ਜਾਂਦਾ ਸੀ, ਇਹ ਚਮਾਰ ਆ ਗਿਆ, ਵਾਲਮੀਕੀ ਆ ਗਿਆ, ਸਾਡੇ ਗੁਰੂ ਘਰ ਜੋ ਬਾਰੇ ਚੱਲ ਜਾਵੇ। ਇਸ ਕਰਕੇ ਸਾਨੂੰ ਆਪਣੇ ਗੁਰਦੁਆਰੇ ਜਿਹੜੇ ਮੰਦਰ ਵੱਖਰੇ ਬਣਾਉਣੇ ਪਏ ਸੀ, ਹੋਰ ਕੋਈ ਕਾਰਨ ਨਹੀਂ ਸੀ। ਜੇ ਸਾਨੂੰ ਮਿਲਦਾ ਮਾਣ ਸਤਿਕਾਰ, ਜੇ ਸਾਨੂੰ ਮਿਲਦਾ ਉਹਨਾਂ ਧਰਮਾਂ ਦੇ ਵਿੱਚ, ਨਾ ਸਾਨੂੰ ਬੋਧੀ, ਨਾ ਰਵਿਦਾਸੀਆ, ਨਾ ਸਾਨੂੰ ਹੋਰ ਧਰਮ ਜਾਂ ਕ੍ਰਿਸਚੀਅਨ ਧਰਮ ਅਡੋਪਟ ਕਰਨ ਦੀ ਲੋੜ ਨਹੀਂ ਪੈਣੀ ਸੀ, ਤੇ ਨਾ ਸਾਨੂੰ ਹੋਰ ਧਰਮਾਂ ਦੇ ਵਿੱਚ ਜਾਣ ਦੀ ਲੋੜ ਪੈਣੀ ਸੀ। ਕਿਉਂਕਿ ਸਾਨੂੰ ਬਣਦਾ ਮਾਣ ਸਨਮਾਨ ਇਹਨਾਂ ਲੋਕਾਂ ਨੇ ਨਹੀਂ ਦਿੱਤਾ, ਜਿਸ ਕਰਕੇ ਸਾਨੂੰ ਆਪਣੇ ਜਿਹੜੇ ਸਤਿਗੁਰੂ ਦਾਸ ਮਹਾਰਾਜ ਦੇ ਜਿਹੜੇ ਮੰਦਰ ਆ, ਗੁਰੂ ਤੋਂ ਘਰ ਆ, ਜਿਹੜੇ ਉਹ ਸਾਰਨੇ ਪਏ। ਇਹ ਵਿੱਚ ਲੁਕੋ ਵਾਲੀ ਗੱਲ ਕੋਈ ਨਹੀਂ ਹੈ। ਸੱਚ ਆ, ਜਿਹੜਾ ਸੱਚ ਆ ਉਹ ਜਿਹੜਾ ਚੁੱਭਦਾ ਆ ਥੋੜ੍ਹਾ ਬਹੁਤਾ, ਅਤੇ ਚੁੱਭਣਾ ਵੀ ਚਾਹੀਦਾ ਆ। ਸੱਚ ਸੱਚ ਰਹਿਣਾ ਆ। ਸੱਚ ਬੋਲਣ ਵਾਲਾ ਵੀ ਜ਼ਰੂਰੀ ਹੁੰਦਾ, ਬੋਲਣ ਵਾਲੇ 'ਚ ਵੀ ਹਿੰਮਤ ਹੋਣੀ ਚਾਹੀਦੀ ਆ, ਔਰ ਸੱਚ ਸੁਣਨ ਵਾਲੇ 'ਚ ਉਦੋਂ ਜ਼ਿਆਦਾ ਹਿੰਮਤ ਹੋਣੀ ਚਾਹੀਦੀ ਆ ਕਿ ਸੱਚ ਆ।
ਝੂਠ ਨੂੰ ਤੁਸੀਂ ਜ਼ੋਰ-ਜ਼ੋਰ ਨਾਲ ਬੋਲੋਗੇ ਲੋਕੀ ਸੱਚ ਮੰਨਦੇ, ਜੇ ਸੱਚ ਨੂੰ ਹੌਲੀ-ਹੌਲੀ ਬੋਲੋਗੇ ਲੋਕੀ ਝੂਠ ਮੰਨਣਗੇ। ਲੇਕਿਨ ਅੱਜ ਜ਼ਮਾਨਾ ਆ ਗਿਆ ਕਿ ਸਾਡੇ ਸਤਿਗੁਰੂ ਦਾਸ ਮਹਾਰਾਜ ਨੇ ਸਾਨੂੰ ਆਵਾਜ਼ ਦਿੱਤੀ, ਬਾਬਾ ਸਾਹਿਬ ਨੇ ਸਾਨੂੰ ਆਵਾਜ਼ ਦਿੱਤੀ ਆ ਸੰਵਿਧਾਨਕ ਤੌਰ ਤੇ ਅਸੀਂ ਕਿਉਂ ਨਾ ਬੋਲੀਏ। ਸਾਡਾ ਹੱਕ ਬਣਦਾ ਆ ਉਹਨਾਂ ਮਹਾਂਪੁਰਸ਼ਾਂ ਦੀ, ਉਹਨਾਂ ਸਾਡੇ ਵਿਦਵਾਨਾਂ ਦੀ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਲਿਆ ਕੇ ਖੜੇ ਕੀਤਾ ਆ। ਅਸੀਂ ਉਹਨਾਂ ਨੂੰ ਸਲੂਟ ਕਰੀਏ ਔਰ ਉਹਨਾਂ ਦੇ ਦੱਸੇ ਹੋਏ ਰਸਤਿਆਂ 'ਤੇ ਚੱਲੀਏ। ਮੈਂ ਇੱਕ ਗੱਲ ਜ਼ਰੂਰ ਇੱਥੇ ਕਹਿਣੀ ਚਾਹੁੰਦਾ, ਕਈ ਵਾਰੀ ਕਹਿ ਦਿੰਦੇ ਇਹ ਤਾਂ ਡੇਰਾ ਬੱਲਾਂ ਦਾ ਸ਼ਰਧਾਲੂ ਆ। ਨਹੀਂ, ਮੈਂ ਡੇਰਾ ਬੱਲਾਂ ਦਾ ਸ਼ਰਧਾਲੂ ਹੈ ਜਾਂ ਨਹੀਂ ਹੈ, ਜਾਂ ਬਾਕੀ ਦੇ ਡੇਰਿਆਂ ਦਾ ਮੈਂ ਸ਼ਰਧਾਲੂ ਹੈ ਜਾਂ ਨਹੀਂ, ਇਹ ਨਹੀਂ ਗੱਲ। ਜਿਹੜਾ ਵੀ ਡੇਰਾ ਸਾਡੇ ਸਮਾਜ ਦੇ ਭਾਈਚਾਰੇ ਨੂੰ ਇਕੱਠਾ ਕਰਕੇ ਰੱਖਿਆ, ਉਹ ਸਾਡਾ ਜਿਹੜਾ ਡੇਰਾ ਹੈ ਉਹ ਪੂਜਣਯੋਗ ਹੈ, ਚਾਹੇ ਕੋਈ ਵੀ ਡੇਰਾ ਹੈ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ। ਕਿਉਂਕਿ ਜੇ ਉਹ ਡੇਰੇ ਨਾ ਅੱਜ ਹੁੰਦੇ ਤੇ ਰਵਿਦਾਸੀਆ ਧਰਮ ਦੀ ਹੋਂਦ ਖਤਮ ਹੋ ਜਾਣੀ। ਜਾਂ ਇਸ ਤਰ੍ਹਾਂ ਕਹਿ ਲਓ ਕਿ ਅਸੀਂ ਗੁੱਗੇ ਮੜੀਆਂ ਮਸੀਤਾਂ ਨੇ, ਜਾਂ ਅਸੀਂ ਪਹਾੜਾਂ ਨੂੰ ਟੱਲੀਆਂ ਵਜਾਉਂਦਿਆਂ ਨੇ ਤੁਰੇ ਜਾਣਾ ਸੀ। ਕਮ ਸੇ ਕਮ ਉਹਨਾਂ ਚੀਜ਼ਾਂ ਤੋਂ ਤਾਂ ਸਾਨੂੰ ਰਹਿਤ ਕਰ ਲਿਆ। ਠੀਕ ਹੈ, ਸਾਡੇ ਡੇਰਿਆਂ 'ਚ ਜਾਂ ਗੁਰਦੁਆਰਿਆਂ ਮੰਦਿਰਾਂ ਦੇ ਵਿੱਚ ਉਹ ਚੀਜ਼ਾਂ ਹਾਲੇ ਪ੍ਰਚਲਿਤ ਹਨ ਥੋੜ੍ਹੀਆਂ ਬਹੁਤੀਆਂ ਸਮੇਂ ਦੇ ਨਾਲ, ਕਿਉਂਕਿ ਉਹਨਾਂ ਲੋਕਾਂ ਨੂੰ ਨਾਲ ਮੋਲਡ ਕਰਨ ਦੇ ਲਈ ਉਹਨਾਂ ਲਈ ਉਹ ਚੀਜ਼ਾਂ ਕਰਨੀਆਂ ਜ਼ਰੂਰੀ ਹਨ। ਉਹ ਥੋੜ੍ਹੇ ਚਿਰ ਦੇ ਬਾਅਦ ਕਦੀ ਨਾ ਕਦੀ ਉਹ ਬੰਦ ਹੋ ਜਾਣਗੀਆਂ। ਜੋ ਸਤਿਗੁਰੂ ਦਾਸ ਮਹਾਰਾਜ ਨਹੀਂ ਚਾਹੁੰਦੇ ਸਨ, ਨਹੀਂ ਹੋਣਗੀਆਂ, ਉਹ ਕਦੀ ਵੀ ਨਹੀਂ ਹੋਣਗੀਆਂ। ਲੇਕਿਨ ਉਹ ਲੋਕਾਂ ਨੂੰ ਹਟਾਉਣ ਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਮਿੱਠਾ ਦੇਣਾ ਪੈਣਾ ਆ। ਤੇ ਹਾਂਜੀ ਚੌਹਾਨ ਜੀ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅੱਜ ਤੁਸੀਂ ਕਰੋਨਾ ਵਾਇਰਸ ਦੀ ਵੀ ਗੱਲ ਚੱਲੀ, ਆਪਣੇ ਜਿਹੜੇ ਕਿ ਲੀਡਰਾਂ ਦੀ ਗੱਲ ਵੀ ਚੱਲੀ, ਉਹ ਡੇਰਿਆਂ ਦੀ ਵੀ ਗੱਲ ਚੱਲੀ, ਉਹਨਾਂ ਕਰਕੇ ਹੀ ਸਾਡੀ ਇੱਕ ਮਾਨਵਤਾ ਬਚੀ ਜਾ ਰਹੀ ਹੈ ਜੀ। ਅੱਜ ਜਿਹੜਾ ਕਿ ਇਹੋ ਜਿਹਾ ਮਾਹੌਲ ਬਣ ਚੁੱਕਾ, ਉਹਦੇ ਵਿੱਚ ਇੱਕ ਮੈਂ ਜ਼ਰੂਰ ਮੈਸੇਜ ਦੇਣਾ ਚਾਹੁੰਦਾ। ਇਹੋ ਜਿਹੇ ਮਾਹੌਲ ਦੇ ਵਿੱਚ ਜੇ ਕਿਸੇ ਨੂੰ ਰੱਬ ਦਾ ਡਰ ਨਹੀਂ, ਜੇ ਇੱਕ ਰੱਬ ਵਾਲੇ ਪਾਸੇ ਕੋਈ ਬੰਦਾ ਜੁੜਿਆ ਨਹੀਂ, ਜੇ ਉਹਦੇ ਇੱਕ ਅੰਦਰ ਆਤਮਾ ਜਿਹੜਾ ਕਿ ਨਾ ਇਹੋ ਜਿਹੇ ਇੱਕ ਜੋ ਵੀ ਪਾਰ ਬ੍ਰਹਮ ਪਰਮਾਤਮਾ ਹੈ ਉਹਦੇ ਨਾਲ ਉਹਦੀ ਜੋਤ ਜੁੜੀ ਨਹੀਂ, ਉਹਨਾਂ ਚਿਰ ਬੰਦਾ ਉਹ ਦੁਖੀ, ਉਹ ਇੱਕ ਰੌਲਾ ਰੱਪਾ ਪਾ ਰਿਹਾ। ਕਿਉਂਕਿ ਜੋ ਕੁਛ ਹੋ ਰਿਹਾ ਇਹ ਮਾਲਕ ਦੀ ਰਜ਼ਾ ਦੇ ਨਾਲ ਹੋ ਰਿਹਾ। ਜੀ ਸਹੀ ਗੱਲ। ਜੋ ਕੁਛ ਆਹ ਜਿਹੜਾ ਸਿਸਟਮ ਹੈ ਨਾ ਜੀ, ਆਹ ਜਿਹੜਾ ਸਿਸਟਮ ਹੈ, ਅਸੀਂ ਕਹਿੰਦੇ ਆ ਨਾ ਇਹ ਜਿਹੜਾ ਕਿ ਪਰਮਾਤਮਾ ਨਿਰੰਕਾਰ ਅਸੀਂ ਕਹੇ ਨਾ, ਸਾਇੰਸ ਨੂੰ ਮੰਨਣਾ ਪੈ ਗਿਆ। ਦੇਖੋ ਜੋ ਸ੍ਰੀ ਗੁਰੂ ਨਾਨਕ ਬਾਦਸ਼ਾਹ ਨੇ ਕਹਿਤਾ ਵੀ ਪਤਾ ਨਹੀਂ ਉੱਤੇ ਕਿੰਨੇ ਕੁ ਹੈ ਨਾ, ਪਤਾਲ ਕਿੰਨਾ ਕਿ ਜੋ ਕੁਛ ਹੋ ਰਿਹਾ ਇਹਦੇ ਵਿੱਚ ਹੀ ਹੋ ਰਿਹਾ। ਜੋ ਸਿਸਟਮ ਹੈ ਇਹ ਇੱਕ ਪਤੀ ਪਰਮਾਤਮਾ ਨਿਰੰਕਾਰ ਜਿਹੜਾ ਇੱਕ ਬਹੁਤ ਵੱਡਾ ਦਾਇਰਾ, ਜੇ ਛੋਟੀਆਂ ਇਹ ਗੱਲਾਂ ਹੋ ਰਹੀਆਂ ਨਾ ਉਹਦੇ ਵਿੱਚ ਹੀ ਹੋ ਰਹੀਆਂ, ਉਹਦੀ ਮਰਜ਼ੀ ਨਾਲ ਹੋ ਰਹੀਆਂ। ਮੈਂ ਹਮੇਸ਼ਾ ਕਹਿੰਦਾ ਜਿੰਨੇ ਵੀ, ਚਾਹੇ ਅਮਰੀਕਾ, ਕੈਨੇਡਾ, ਚਾਹੇ ਇੰਡੀਆ, ਕੋਈ ਵੀ ਜਾਂ ਸਾਇੰਸਦਾਨ, ਕਿੰਨਿਆਂ ਨੇ ਜ਼ੋਰ ਲਾ ਲਿਆ ਇਹ ਟੱਕਰ ਲੈਣ ਲਈ। ਇਹ ਟੱਕਰ ਲੈਣ ਲਈ ਕਿੰਨਾ ਜ਼ੋਰ, ਮੈਂ ਹਮੇਸ਼ਾ ਵੀ ਇਹ ਕਹਿੰਦਾ ਵੀ ਹਾਂ, टाइम हो गया, सारे मुल्कों को नाज था अपने अपने परमाणु पर, अब कायनात बेबस हो गई एक छोटे जे किनारों पर। देखो एक छोटे ਜਿਹੇ किनारों ने एक विपता लास्ट ਤੇ a few second हाँ जी, ये सर के रल मिल के ही। पर एक मैं जरूर कहना भी जो दरख्त खाली हो फूल और पत्तों से, उस पर पंछियों के घोंसले होते। इस करके जो ਅਸੀਂ ਖਾਲੀ ਹੋਵਾਂਗੇ ਉਹਦੇ ਉੱਤੇ ਸਾਡੇ ਲਾਗੇ ਕੋਈ ਕਮਿਊਨਿਟੀ, ਉਹਦੇ ਨਾਲ ਮੈਂ ਇੱਕ ਵਾਰੀ ਫਿਰ ਅੰਤ ਵਿੱਚ ਧੰਨਵਾਦ ਕਰਦਾ ਬੀਬੀ ਮੋਨਿਕਾ ਆਰਪੀ ਦਾ, ਜਿਨ੍ਹਾਂ ਨੇ ਇੱਕ ਬਹੁਤ ਵਧੀਆ ਸੋਹਣੇ ਤਰੀਕੇ ਦੇ ਨਾਲ ਮੈਸੇਜ ਦਿੱਤਾ। ਉਹਦੇ ਨਾਲ ਵੀ ਜਿਹੜੇ ਕਿ ਗਾਉਣ ਵਾਲੇ ਸਾਡਾ ਸੱਜਣ ਹਾਂਜੀ ਕੈਲੇ ਜੀ, ਜਸ ਕੈਲੇ, ਉਹਨਾਂ ਨੇ ਇੱਕ ਮੈਸੇਜ ਦਿੱਤਾ। ਆਓ ਅਸੀਂ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਧੰਨਵਾਦ ਤੁਹਾਡੇ ਸਾਹਮਣੇ ਪੇਸ਼ ਆਇਆ, ਅੱਗੇ ਵਾਸਤੇ ਫਿਰ ਮਿਲਦੇ ਰਹਾਂਗੇ। ਜਿਸ ਤਰ੍ਹਾਂ ਕਿ ਅੱਜ ਗੱਲ ਕਰਦੇ ਹਾਂ, ਗੀਤ ਵੀ ਬਹੁਤ ਸੋਹਣਾ ਆਰਪੀ ਦਾ ਲਿਖਿਆ ਤੇ ਜਸ ਕੈਲੇ ਜੀ ਦਾ ਗਾਇਆ ਆ, ਤੇ ਉਹ ਅੱਜ ਦੇ ਹਾਲਾਤਾਂ ਦੇ ਉੱਤੇ ਢੁਕਵਾਂ ਹੈ। ਤੇ ਦਿਲ ਕਰਦਾ ਏ ਕੁਝ ਦਿਨਾਂ ਲਈ ਦੁਨੀਆ ਛੱਡ ਜਾਵਾਂ, ਦਿਲ ਕਰਦਾ ਏ ਕੁਝ ਦਿਨਾਂ ਲਈ ਦੁਨੀਆ ਛੱਡ ਜਾਵਾਂ, ਸੁਣਿਆ ਬੜਾ ਯਾਦ ਕਰਦੇ ਨੇ ਲੋਕੀ ਤੁਰ ਜਾਣ ਪਿੱਛੋਂ, ਸੁਣਿਆ ਬੜਾ ਯਾਦ ਕਰਦੇ ਨੇ ਲੋਕੀ ਤੁਰ ਜਾਣ ਪਿੱਛੋਂ, ਟਿਮ ਟਮਾਉਂਦਾ ਨਾ ਸਹੀ, ਟਿਮ ਟਮਾਉਂਦਾ ਨਾ ਸਹੀ, ਕੋਈ ਟੁੱਟਿਆ ਤਾਰਾ ਹੀ ਬਣ ਜਾਵਾਂ, ਕੋਈ ਟੁੱਟਿਆ ਤਾਰਾ ਹੀ ਬਣ ਜਾਵਾਂ, ਸੁਣਿਆ ਬਹੁਤ ਮੰਨਤਾ ਮੰਨਦੇ ਨੇ ਲੋਕੀ ਜਿਸ ਦੇ ਟੁੱਟ ਜਾਣ ਮਗਰੋਂ, ਸੁਣਿਆ ਬਹੁਤ ਮੰਨਤਾ ਮੰਨਦੇ ਨੇ ਲੋਕੀ ਜਿਸ ਦੇ ਟੁੱਟ ਜਾਣ ਪਿੱਛੋਂ। ਜਦੋਂ ਤਾਰਾ ਟੁੱਟਦਾ ਆ ਉਸ ਤੋਂ ਬਾਅਦ ਮੰਨਦੇ ਆ ਜੀ ਮੇਰੀ ਆਹ ਪੂਰੀ ਹੋ ਜਾਊ, ਆਹ ਪੂਰੀ ਹੋ ਜਾਊ, ਖਾਸ਼ ਪੂਰੀ ਹੋ ਜਾਊ। ਜੇ ਸਾਡੇ ਤੋਂ ਕੋਈ ਦੁਖੀ ਹਨ, ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੇ ਤੋਂ ਸਾਨੂੰ ਵੀ ਕੋਈ ਪਰਮਾਤਮਾ ਇਸ ਤਰ੍ਹਾਂ ਹਾਂਜੀ ਕਰ ਲਓ। ਤੁਸੀਂ ਦੁਖੀ ਹੋਣ ਦੀ ਗੱਲ ਕੀਤੀ, ਹਾਂਜੀ ਕਰ ਲਓ, ਫਿਊ ਸੈਕਿੰਡ ਜਾਣ ਦੀ ਗੱਲ ਕੀਤੀ, ਤੁਸੀਂ ਸਮਾਪਤ ਕਰ ਦਿਓ। तुम गलती से मुझे कंधा ना देना मेरे दोस्त, ओए होए, तुम गलती से कंधा ना देना मेरे दोस्त, कभी फिर जिंदा ना हो जाओ, ओए होए। ਇਸ ਕਰਕੇ ਜਿਹੜਾ ਕਿ ਆਪਾਂ ਜੀਂਦੇ ਜੀ ਤੇ ਬਾਕੀ ਅਸੀਂ ਜਿਹੜਾ ਅੱਜ ਅਸੀਂ ਕਿਸੇ ਜਿਹੜੀਆਂ ਕੌਲਾਂ ਨਹੀਂ ਲੈ ਸਕੇ ਉਹਨਾਂ ਤੋਂ ਮਾਫੀ ਚਾਹੁੰਦੇ। ਜਿਨ੍ਹਾਂ ਦੀਆਂ ਕੌਲਾਂ ਆਈਆਂ ਉਹਨਾਂ ਦੇ ਆਪਣੇ ਵਿਊ ਸਨ, ਸਾਡੇ ਆਪਣੇ ਵਿਊ ਸਨ। ਸਤਿਗੁਰੂ ਦਾਸ ਮਹਾਰਾਜ ਸਾਰਿਆਂ ਤੇ ਇਸ ਤਰ੍ਹਾਂ ਆਸ਼ੀਰਵਾਦ ਆਪਣਾ
ਕਿਰਪਾ ਰੱਖਣ, ਬਣਾਈ ਰੱਖਣ। ਤੇ ਜਿਹੜੇ ਸਟicker ਆ ਸਾਡੇ ਉਹ ਕੱਲ ਨੂੰ ਡੇਰਾ ਸੱਚਖੰਡ ਬੱਲਾ ਜਾਣਗੇ, ਉੱਥੇ ਜਿਹੜੇ ਸਾਡੇ ਸਾਥੀ ਆ ਲੈ ਕੇ ਉਹਨਾਂ ਤੋਂ ਮਹਾਪੁਰਸ਼ਾਂ ਤੋਂ ਉਹਨਾਂ ਸਾਥੀਆਂ ਦੇ ਵੀ ਧੰਨਵਾਦ। ਹਾਂ, ਉਹਨਾਂ ਸਾਥੀਆਂ ਸਾਰਿਆਂ ਦੇ, ਉਹਨਾਂ ਦਾ ਕਮਲ ਸਾਂਪਲਾ ਜੀ ਦਾ, ਮਨੂ ਮਹਿਤਾ ਜੀ ਦਾ, ਇਹ ਬਿਰਦੀ ਜੀ ਦਾ, ਲੰਮੇ ਪਿੰਡੀਆਂ ਦਾ, ਬਾਕੀ ਹੋਰ ਸਾਥੀਆਂ ਦਾ ਜਿਹਨਾਂ ਨਾਂ ਇਸ ਵੇਲੇ ਨਹੀਂ ਚੈਨਲ ਤੇ ਲੈ ਸਕਦਾ ਮੈਂ, ਕਈ ਵਾਰੀ ਦੁੱਖ ਵੀ ਲੱਗਦਾ। ਦੂਸਰੇ ਜੱਸੀ ਗੱਡੂ ਜੀ, ਹਾਂ ਜੱਸੀ ਗੱਡੂ ਜੀ ਜਿਹੜੇ ਆ ਦੁਬਈ ਵਾਲੇ, ਉਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ। ਉਹਨਾਂ ਦੀ ਮਿਹਨਤ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਵੱਡਾ ਕੰਮ ਕਰ ਰਹੇ, ਕਾਰਜ ਕਰ ਰਹੇ ਹਨ। ਦੁਬਈ ਦੀ ਸਾਰੀ ਸੰਗਤ ਦਾ ਮੈਂ ਬਹੁਤ ਧੰਨਵਾਦ ਆ ਜਿਹੜੇ ਇੰਨੀ ਮਿਹਨਤ ਕਰਕੇ ਜੋ ਇਹ ਤੇ ਜਾ ਕੇ ਭਾਰਤ ਦੇਸ਼ ਦੇ ਵਿੱਚ ਆਪਣਾ ਝੰਡਾ ਬੁਲੰਦ ਕਰ ਰਹੇ ਹਨ, ਆਪਣੇ ਸਤਿਗੁਰੂ ਦਾ ਹਮਾਰਾ ਝੰਡਾ ਬੁਲੰਦ ਕਰ ਰਹੇ ਹਨ। ਜਿਹੜੇ ਲੋਕ ਇਸ ਕੰਟਰੀ ਦੇ ਵਿੱਚ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਮਾਰਦੇ ਹਨ। ਮੈਂ ਕੱਲ ਇੱਕ ਗਰੁੱਪ ਦੇ ਵਿੱਚ ਦੇਖਦਾ ਸੀ ਕਿ 56 ਪੀਪਲ ਇੱਕ ਗਰੁੱਪ ਦੇ ਵਿੱਚ ਹਨ, ਉਹਨਾਂ 'ਚੋਂ ਸਿਰਫ 4 ਬੰਦਿਆਂ ਨੇ ਜਿਹੜੇ ਆ ਉਹਦੇ ਵਿੱਚ ਕੋਈ ਸੇਵਾ ਭੇਜੀ, 10-20 ਰੁਪਈਏ ਜਾਂ ਪਾਉਂਡ ਜੋ ਵੀ ਮਰਜ਼ੀ ਲਾ ਲਓ। ਕਿਸੇ ਵੀ ਗਰੁੱਪ ਦੇ ਵਿੱਚ ਉਹਨਾਂ ਬੰਦਿਆਂ ਨੇ ਕੋਈ ਇੱਕ ਪੈਸਾ ਨਹੀਂ ਭੇਜਿਆ। ਗੱਲਾਂ ਅਸੀਂ ਕਰੋੜਾਂ ਦੀਆਂ, ਲੱਖਾਂ ਦੀਆਂ ਕਰਦੇ, ਇਕੱਠੇ ਅਸੀਂ ਪਤਾ ਨਹੀਂ ਕਿੰਨੇ ਕਿੰਨੇ ਕਰਦੇ ਹਾਂ। ਪਲੀਜ਼ ਇਹਨਾਂ ਚੀਜ਼ਾਂ ਤੋਂ ਬਾਅਦ ਆ ਜੋ ਹਰੇਕ ਚੀਜ਼ ਦੇ ਉੱਤੇ ਮੰਗਣਾ ਬੰਦ ਕਰ ਦਿਓ। ਮੰਗਣਾ ਹੈ ਤਾਂ ਉਸ ਦੇ ਲਈ ਮੰਗੋ ਜਿਸ ਦੀ ਰਜ਼ਾ ਦੇ ਵਿੱਚ ਤੁਸੀਂ ਜੀਂਦੇ ਹੋ, ਜਾਗਦੇ ਹੋ। ਤੇ ਇੱਥੇ ਹੀ ਸਮਾਪਤੀ ਕਰਦੇ ਹਾਂ। ਜੀਂਦੇ ਰਹੇ ਤਾਂ ਫਿਰ ਮਿਲਾਂਗੇ। ਰੱਬ ਰੱਖਾ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਵਾਲਮੀਕੀ।